ਵਾਹਿਗੁਰੂ ਸਾਹਿਬ ਜੀ। ਅਨਿਤ ਵਿਤੰ ਅਨਿਤ ਚਿਤੰ ਅਨਿਤ ਆਸਾ ਬਹੁਵਿਧ ਪ੍ਰਕਾਰੰ ਅਨਿਤ ਹੇਤੰ ਅਹੰ ਬੰਧੰ ਭਰਮ ਮਾਇਆ ਮਲਨੰ ਵਿਕਾਰੰ ਫਿਰੰਤ ਜੋਨ ਅਨੇਕ ਜਠਰਾਗਨ ਨਾਹਿ ਸਿਮਰੰਤ ਮਲੀਨ ਬੁੱਧਿਅੰ। ਹੇ ਗੋਬਿੰਦ ਕਰਤ ਮੈਆ ਨਾਨਕ ਪਤਿਤ ਉਦਾਹਰਣ ਸਾਧ ਸੰਗ ਮੈਂ ਹੈ। ਸਤਿਗੁਰੂ ਗਰੀਬ ਨਵਾਜ ਪਤਿਤ ਪਾਵਨ ਦੀਨ ਬੰਧੂ ਨਿਰੰਕਾਰ ਅਕਾਲ ਪੁਰਖ ਸਰਬ ਵਿਆਪੀ, ਜਿਸ ਨੇ ਸਾਡੇ ਜੀਵਾਂ ਦੀ ਕਲਿਆਣ ਕਰਨ ਵਾਸਤੇ ਨਿਰਗੁਣ ਤੋਂ ਸਰਗੁਣ ਸਰੂਪ ਗੁਰੂ ਨਾਨਕ ਰੂਪ ਧਾਰਿਆ। ਦਸਵੀਂ ਜੋਤ ਕਲਗੀਧਰ ਪਿਤਾ ਸਰਬੰਸ ਦਾਨੀ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦਸਾਂ ਸਰੂਪਾਂ ਦੀ ਆਤਮਿਕ ਜੋਤ ਸਮੂਹ ਭਗਤਾਂ ਔਰ ਸ਼ਕਤੀਆਂ ਸਮੇਤ ਜੁਗੋ ਜੁਗ ਟਲ ਸ਼ਾਂਤੀ ਦੇ ਪੁੰਜ ਧਰਤੀ ਨੂੰ ਧੀਰੀ ਦੇਣ ਵਾਲੇ ਗੁਰੂਆਂ ਦੇ ਗੁਰੂ ਸ਼ਬਦਾ ਅਵਤਾਰ ਗੁਰੂ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਤਨਤਾ ਯੋਗ ਹੋ ਵਡਿਆਈ ਦੇ ਪਾਤਰ ਹੋ। ਮਹਾਰਾਜ ਸਾਹਿਬ ਨੇ 84 ਭੋਗਦਿਆਂ ਜੰਮਦਿਆਂ ਮਰਦਿਆਂ ਨੂੰ ਮਹਿੰਗਾ ਅਣਮੁੱਲਾ ਮਨੁੱਖਾ ਜਨਮ ਸਰੀਰ ਪਦਾਰਥ ਰੂਪੀ ਬਖਸ਼ ਕੀਤਾ ਹੈ। ਜਿਹ ਪ੍ਰਸਾਦ ਆਰੋਗ ਕੰਚਨ ਦੇਹੀ, ਜਿਹਦੀ ਪ੍ਰਸਾਦ ਕਿਰਪਾ ਦੇ ਨਾਲ ਰੋਗਾਂ ਤੋਂ ਰਹਿਤ ਕੰਚਨ ਸੋਨੇ ਵਰਗੀ ਸੁੰਦਰ ਦੇਹੀ ਸਾਨੂੰ ਦਿੱਤੀ ਹੈ। ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹਵਾ ਦਿੱਤੀ ਬੋਲੇ ਤਾਤ, ਨਿਰਮੋਲਕ ਸਰੀਰ ਕਿੰਦਰੇ ਬਖਸ਼ੇ ਹਨ। ਉਹਨਾਂ ਇੰਦਰੀਆਂ ਨੂੰ ਸਰੀਰ ਨੂੰ ਸਫਲਾ ਬਣਾਉਣ ਲਈ, ਬਹੁਤੇ ਜਨਮਾਂ ਦੀ ਬਹੁਤੀ ਲੱਗੀ ਮੈਲ ਲਾਉਣ ਲਈ ਇਹ ਸਾਨੂੰ ਸਮਾਂ ਪ੍ਰਾਪਤ ਹੋ ਰਿਹਾ ਹੈ। ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਜਿਹੜੇ ਸਾਹਮਣੇ ਬੈਂਚ ਬੈਠਦੇ ਹਨ ਵੀਰ ਮਾਈ ਭਾਈ, ਉਹਨਾਂ ਨੂੰ ਗੁਰੂ ਰੂਪ ਕਿਹਾ ਜਾਂਦਾ ਹੈ। ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਹੋਰ ਕਿਸੇ ਇਕੱਠ ਦਾ ਨਾਂ ਗੁਰੂ ਰੂਪ ਨਹੀਂ। ਜਹ ਸਤਿਗੁਰੂ ਤਹਿ ਸਤ ਸੰਗਤ ਬੜਾਈ। ਸਾਹਿਬ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ਮਾਨ ਹੋਣ ਸਾਹਮਣੇ ਬੈਠੇ ਸਤ ਸੰਗੀ, ਉਹ ਗੁਰੂ ਕਾ ਰੂਪ ਹਨ। ਇਸ ਅਵਸਥਾ ਨੂੰ ਡਿਗਰੀ ਨੂੰ ਆਪ ਜੀ ਪ੍ਰਾਪਤ ਹੋ ਰਹੇ ਹੋ। ਕਹੋ ਕਬੀਰ ਕਹੀਏ ਕਾਹੇ, ਸਾਧ ਸੰਗਤ ਬੈਕੁੰਠੇ ਆਹੇ। ਇਹ ਸਮਾਂ ਵਿਕੁੰਠ ਧਾਮ ਵਿੱਚ ਹਾਜ਼ਰੀ ਲੱਗ ਰਹੀ ਹੈ। ਸਤਿਗੁਰ ਕਿਰਪਾ ਕਰਨ ਸਭ ਦਾ ਪੜ੍ਹਿਆ ਸੁਣਿਆ ਥਾਂ ਪਾਉਣ। ਲੜੀਵਾਰ ਇੱਕ ਓੰਕਾਰ ਸਤਨਾਮ ਤੋਂ ਲੈ ਕੇ ਸੋਚੇ ਸੋਚ ਤੋਂ ਲੈ ਕੇ ਮੂਲ ਮੰਤਰ ਤੋਂ ਸੋਚੇ ਸੋਚ ਤੋਂ ਜਪਜੀ ਸਾਹਿਬ ਤੋਂ ਲੈ ਕੇ ਜੋ ਗੁਰੂ ਕੀ ਬਾਣੀ ਦੇ ਸਹਿਜ ਪਾਠ ਕਥਾ ਦੇ ਰੂਪ ਵਿੱਚ ਆਰੰਭ ਸਮੇਂ ਤੋਂ ਲੈ ਕੇ ਗੁਰਮੁਖਾਂ ਨੇ ਕੀਤੇ ਸਨ। ਸਤਿਕਾਰਯੋਗ ਵੀਰ ਕਰਤਾਰ ਸਿੰਘ ਜੀ, ਜਿਨ੍ਹਾਂ ਦੀ ਡਿਊਟੀ ਹੈ ਦਾਸ ਨੂੰ ਵਿਸ਼ੇਸ਼ ਤੌਰ 'ਤੇ ਹੁਕਮ ਕਦੇ ਕਦੇ ਲਾਉਂਦੇ ਹਨ। ਹਾਜ਼ਰੀ ਭਰਨ ਲਈ ਸਰੀਰ ਹਾਜ਼ਰ ਕਰੀਦਾ ਹੈ। ਬਾਣੀ ਵਾਲਾ ਬਾਣੀ ਦੇ ਅਰਥਾਂ ਨੂੰ ਜਾਣਦਾ ਹੈ। ਕੋਈ ਵੀ ਜੀਵ ਵਿਚਾਰਾ ਕੀ ਹੈ, ਕਾਠ ਕੀ ਪੁੱਤਰੀ ਕਹਾਂ ਕਰੇ ਬਪਰੀ, ਖਿਲਾਵਰ ਹਾਰੋ ਜਾਣੈ। ਜੈਸੋ ਭੇਖ ਕਰਾਵੇ ਬਾਜੀਗਰੋ, ਤੈਸੋ ਹੀ ਸਾਜ ਆਨੈ। ਕੱਠ ਪੁਤਲੀ ਜਿਹਨੂੰ ਤਾਰ ਦੇ ਇਸ਼ਾਰੇ ਨਾਲ ਬਾਜੀਗਰ ਖਿਡਾਉਣ ਵਾਲਾ ਖਿਡਾਉਂਦਾ ਹੈ, ਉਹਦੇ ਵੱਸ ਕੀ ਹੈ, ਕੁਛ ਵੀ ਨਹੀਂ। ਇਸ ਪ੍ਰਕਾਰ ਸਤਿਗੁਰੂ ਸੇਵਾ ਲੈ ਰਹੇ ਨੇ। ਉਹ ਬਾਣੀ ਦਾ ਪਾਠ ਚੱਲਦਾ ਚੱਲਦਾ ਸਾਹਿਸ ਕ੍ਰਿਤੀ ਸਲੋਕਾਂ ਦੇ ਪਹੁੰਚਾ ਹੈ, ਜਿਨ੍ਹਾਂ ਦਾ ਪਾਠ ਆਪ ਜੀ ਹਰ ਰੋਜ਼ ਸਰਵਣ ਕਰਦੇ ਹੋ। ਇਸ ਬਾਣੀ ਦੇ 67 ਸਲੋਕ ਮਹਾਰਾਜ ਸਾਹਿਬ ਨੇ ਬਖਸ਼ ਕੀਤੇ ਹਨ, ਜਿਨ੍ਹਾਂ ਵਿੱਚ 15 ਦਾ ਪਾਠ ਹੋ ਚੁੱਕਿਆ ਅਤੇ ਵਿਚਾਰ ਹੋ ਚੁੱਕੀ ਹੈ। 16ਵੇਂ ਸਲੋਕ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਤੁਸ਼ ਬੁੱਧੀ ਅਨੁਸਾਰ ਮਿਲ ਕੇ ਆਪਾਂ ਸਾਰਿਆਂ ਵਿਚਾਰ ਕਰਨੀ ਹੈ। ਇਹ ਵਿਦਿਆ ਦੇ ਦਾਤੇ ਸਤਿਗੁਰੂ ਅਕਾਲ ਪੁਰਖ ਨਿਰੰਕਾਰ ਆਪ ਹਨ, ਜਿਨ੍ਹਾਂ ਨੇ ਕਲਯੁਗ ਦੇ ਸਮੇਂ 'ਚ ਵਿਸ਼ੇਸ਼ ਤੌਰ 'ਤੇ ਨਿਰਗੁਣ ਤੋਂ ਸਰਗੁਣ ਸਰੂਪ ਧਾਰਨਾ ਕੀਤਾ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। 16 ਕਲਾ ਸੰਪੂਰਨ ਫਲਿਆ, ਅਨੰਤ ਕਲਾ ਹੋਏ ਠਾਕੁਰ ਜੜਿਆ। ਆਪ ਠਾਕੁਰ ਮਾਲਕ ਚੜ੍ਹ ਕੇ ਆਇਆ। ਗੁਰੂ ਨਾਨਕ ਪਾਤਸ਼ਾਹ ਅਤੇ ਗੁਰੂ ਗੋਬਿੰਦ ਸਿੰਘ ਤੱਕ ਕਿਸੇ ਬੰਦੇ ਨਾਲ, ਕਿਸੇ ਅਵਤਾਰ ਨਾਲ, ਕਿਸੇ ਦੇਵੀ ਦੇਵਤੇ ਨੂੰ ਤੁਲਨਾ ਦੇਣੀ
ਇਹ ਅਗਿਆਨਤਾ ਤੇ ਬੇਸਮਝੀ ਹੋਵੇਗੀ। ਜਿਹਨੂੰ ਸਮਝ ਨਹੀਂ, ਜਿਹਨੂੰ ਗਿਆਨ ਨਹੀਂ, ਉਹਨਾਂ ਨੇ ਵੰਡਾਂ ਪਾਈਆਂ ਨੇ। ਮਹਾਰਾਜ ਸਾਹਿਬ ਨੇ ਵੰਡਾਂ ਵੀ ਨਹੀਂ ਪਾਈਆਂ। ਸਾਰਾ ਬ੍ਰਹਿਮੰਡ ਤੇ 9 ਖੰਡ ਵਿਚਰ ਕੇ ਸਭ ਨੂੰ ਕਿਹਦੇ ਨਾਲ ਜੋੜਿਆ? ਕਾਲ ਨਿਰੰਕਾਰ ਨਾਲ ਜੋੜਿਆ। ਜਿਸ ਕਾਲ ਪੁਰਖ ਦੇ ਚਰਨਾਂ 'ਚ ਰੋਮ ਰੋਮ ਮੈਂ ਕੋਟ ਬ੍ਰਹਮੰਡ ਕੋ ਨਿਵਾਸ ਜਾਸ ਮਾਨਸ ਅਵਤਾਰ ਧਾਰ ਦਰਸ਼ ਦਿਖਾਇਓ ਹੈ। ਸਰੀਰ ਦੇ ਰੋਮ ਗਿਣੇ ਨਹੀਂ ਜਾ ਸਕਦੇ, ਛੋਟੇ ਜਾਂ ਵੱਡੇ। ਇੱਕ ਇੱਕ ਰੋਮ 'ਚ ਕਰੋੜਾਂ ਹੀ ਖੰਡ ਬ੍ਰਹਮੰਡ ਨਿਵਾਸ ਕਰਦੇ ਨੇ। ਇਸ ਪ੍ਰਕਾਰ ਉਹਨੇ ਨਿਰਗੁਣ ਤੋਂ ਸਰਗੁਣ ਸਰੂਪ ਧਾਰ ਕੇ ਸਾਨੂੰ ਦਰਸ਼ਨ ਦਿਖਾਉਣਾ ਕੀਤਾ ਹੈ। ਉਸ ਨੇ ਦੇਵੀਆਂ ਤੇ ਦੇਵਤੇ ਪਕੰਬਰ ਤੇ ਅਵਤਾਰ ਦੁਨੀਆ ਦੇ ਸਾਜੇ ਦੁਨੀਆ 'ਤੇ ਆਏ। ਉਹਨਾਂ ਇਸ ਪ੍ਰਕਾਰ ਜੋ ਬਖਸ਼ਾਂ ਕੀਤੀਆਂ ਉਹਨਾਂ ਨੇ ਵਰਤਾਈਆਂ ਤੇ ਵੰਡੀਆਂ। ਆਏ ਤੇ ਚਲੇ ਗਏ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ। ਨਾਨਕ ਹੁਕਮ ਜੇ ਬੁਝੈ ਤਾਂ ਹਾਮੇ ਕਹਿ ਨਾ ਕੋਈ। ਭੈਵ ਸੂਰਜ ਭੈਵ ਚੰਦ ਕੋਹ ਕਰੋੜੀ ਚਲਤਨ ਅੰਤ। ਭੈਵ ਸਦਬਰ ਸਿਰਨਾਥ ਭੈਵ ਅਡਾਣੇ ਆਕਾਸ਼। ਕਿਹੜੀ ਵਸਤੂ ਹੈ ਜਿਹੜੀ ਉਸਦੇ ਹੁਕਮ ਵਿੱਚ ਨਹੀਂ, ਉਹਦੇ ਭੈ ਵਿੱਚ ਨਹੀਂ। ਝੂਠੀਆਂ ਡੀਂਗਾਂ ਜਿੰਨੀਆਂ ਕੋ ਮਰਜ਼ੀ ਮਾਰ ਲਵੇ। ਪਖੰਡ ਵੀ ਦੁਨੀਆ 'ਤੇ ਚੱਲਦਾ ਹੀ ਆਇਆ। ਜਿਉਂ ਸ੍ਰਿਸ਼ਟੀ ਸਾਜੀ ਕਰਤੇ ਪੁਰਖ ਨੇ। ਮਹਾਰਾਜ ਸਾਹਿਬ ਜੀ ਬਹੁਤ ਥਾਈਂ ਵਿਚਰੇ ਹਨ ਅਤੇ ਮਹਾਂਦੇਵ ਸ਼ਿਵਾਂ ਦੀ ਰਚੀ ਹੋਈ ਨਗਰੀ ਕਾਸ਼ੀ, ਉਸ ਵਿੱਚ ਬੜੇ ਭਾਰੀ ਵਿਦਵਾਨ ਪੰਡਤ ਸਨ, ਗ੍ਰੰਥਾਂ ਦੇ ਪੜ੍ਹਾਕੂ। ਜੇ ਆਤਮਿਕ ਗਿਆਨ ਨਹੀਂ, ਆਤਮਾ ਪਵਿੱਤਰ ਨਹੀਂ, ਬ੍ਰਹਮ ਅਵਸਥਾ ਨਹੀਂ, ਫਿਰ ਕਿਤਾਬੀ ਕੀੜੇ। ਪੜ੍ਹ ਪੜ੍ਹ ਗੱਡੀ ਲੱਦੀਏ, ਪੜ੍ਹ ਪੜ੍ਹ ਭਰੀਏ ਖਾਦ, ਪੜ੍ਹ ਪੜ੍ਹ ਬੇਰੀ ਪਾਈਏ ਇਤਆਰਕ। ਜੇਤਾ ਪੜਿਆ ਤੇਤਾ ਕੜਿਆ, ਬਹੁ ਤੀਰਥ ਪਵਿਆ ਤੇਥੋਂ ਲੱਭਿਆ। ਬਹੁਤੇ ਪੜ੍ਹਨ ਨਾਲ ਕੋਈ ਬਹੁਤੀ ਪ੍ਰਾਪਤੀ ਨਹੀਂ। ਕਿਸ ਪ੍ਰਕਾਰ ਸਤਿਗੁਰੂ ਜੀ ਵਿਚਰਦੇ ਰਹੇ ਸਨ ਅਤੇ ਮਹਾਦੇਵ ਨੇ ਬੇਨਤੀ ਕੀਤੀ, ਇਸ ਮੇਰੀ ਕਾਂਸ਼ੀ ਨਗਰੀ ਵਿੱਚ ਵਿੱਦਿਆ ਤਾਂ ਬੜੀ ਹੈ, ਪੜ੍ਹੇ ਤੇ ਬੜੇ ਨੇ, ਪਰ ਪਖੰਡ ਵੀ ਬੜਾ ਹੈ। ਜਿਵੇਂ ਹੋਰ ਥਾਈਂ ਆਪ ਜੀ ਕਿਰਪਾ ਕਰ ਰਹੇ ਹੋ ਮੱਕੇ ਮਦੀਨੇ ਆਰਕ ਜਾ ਕੇ, ਤਿਵੇਂ ਮੇਰੀ ਨਗਰੀ ਨੂੰ ਵੀ ਭਾਗ ਲਾਓ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ। ਬਿਨ ਬੋਲਿਆਂ ਸਭ ਕੁਛ ਜਾਣਦਾ, ਕਿਸ ਅੱਗੇ ਕੀਚੇ ਅਰਦਾਸ। ਉਹਨਾਂ ਦੀ ਆਤਮਾ ਦੀ ਆਵਾਜ਼ ਨੂੰ ਸੁਣ ਕੇ ਹਜ਼ੂਰ ਵਾਲੇ ਮਰਦਾਨੇ ਸਮੇਤ ਚਲੇ ਗਏ। ਉੱਥੋਂ ਦੇ ਜਿਹੜੇ ਪੰਡਤ ਸਨ, ਗੋਪਾਲ ਦਾਸ, ਚਤਰਦਾਸ, ਗੰਗਾ ਰਾਮ ਆਦਿਕ, ਚੱਲ ਕਰਕੇ ਹਜ਼ੂਰ ਦੀ ਹਜ਼ੂਰੀ ਵਿੱਚ ਆਏ ਅਤੇ ਬੇਨਤੀ ਕੀਤੀ ਸਾਡੇ ਨਾਲ ਚਰਚਾ ਕਰੋ। ਹਜ਼ੂਰ ਕਹਿੰਦੇ ਕੀ ਲੋੜ ਪੈ ਗਈ? ਬਾਣੀ ਦੀਆਂ ਪੰਕਤੀਆਂ ਬਾਦ ਵਿਵਾਦ ਕਾਹੂ ਸਿਓ ਨਾ ਕੀਜੈ। ਇਸ ਬਾਦ ਵਿਵਾਦ ਵਿੱਚੋਂ ਹੜਬਾ ਦੇ ਭੇਡ ਵਿੱਚੋਂ ਕੀ ਨਿਕਲਣਾ ਹੈ? ਸੋ ਨਹੀਂ ਜੀ, ਸਾਡਾ ਕਾਨੂੰਨ ਹੈ ਜਿਹੜਾ ਕੋਈ ਇੱਥੇ ਆਵੇ ਮਹਾਤਮਾ ਚਰਚਾ ਕਰਦੇ ਹੈ। ਜੇ ਚਰਚਾ 'ਚ ਹਾਰ ਗਏ ਤਾਂ ਫਿਰ ਕੀ ਕਰੋਗੇ? ਕਹਿੰਦੇ ਤੁਹਾਡੇ ਗ੍ਰੰਥ ਤੁਹਾਥੋਂ ਲੈ ਲਵਾਂਗੇ, ਤੁਹਾਨੂੰ ਇੱਥੋਂ ਕੱਢ ਦਿਆਂਗੇ। ਜੇ ਅਸੀਂ ਜਿੱਤ ਗਏ ਤਾਂ ਫਿਰ ਆਪਣੇ ਨਾਲੋਂ ਵੱਡਾ ਪੰਡਤ ਮੈਨੂੰ ਮੰਨਾਂਗੇ। ਹਜ਼ੂਰ ਨੇ ਸੋਚਿਆ ਵੀ ਗੰਭੀਰ ਹੀ ਰੋਗੀ ਨੇ। ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਮੁਖਤ ਮੁਖ ਦੇਵੇ ਕਾਟੇ ਜਮ ਕੀ ਫੰਦਾ। ਇਸ ਪ੍ਰਕਾਰ ਇਹਨਾਂ ਦਾ ਰੋਗ ਦੀ ਨਿਰਵਿਰਤੀ ਅਸੀਂ ਨਹੀਂ ਕਿਸੇ ਹੋਰ ਪਾਸੋਂ ਕਰਵਾਈਏ। ਕੋਈ ਅਨਪੜ੍ਹਤਾ ਉੱਥੇ ਦਿਸਿਆ ਨਾ। 8ਵੇਂ ਸਰੂਪ ਵਿੱਚ ਜਿਵੇਂ ਛੱਜੂ ਬੋਲਾ ਅਤੇ ਗੁੰਗਾ ਪੰਡਤ ਲਾਲ ਜਦੋਂ ਲੈ ਕੇ ਆਇਆ ਸੋ ਪਾਸੋਂ ਗੀਤਾ ਦੀ ਕਥਾ ਕਰਵਾਈ ਸੀ ਹਜ਼ੂਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ। ਇਸ ਤਰ੍ਹਾਂ ਦਾ ਕੋਈ ਹੋਵੇ, ਸਾਰੇ ਪੜ੍ਹੇ ਲਿਖੇ ਹੀ ਸਨ। ਦ੍ਰਿਸ਼ਟੀ ਤਾਂ ਨੇਤਰਾਂ ਦੀ ਚੁੱਕੀ ਹੈ ਅਤੇ ਕੁੱਤਾ ਮਰਿਆ ਪਿਆ ਹੈ, ਉਸ 'ਤੇ ਨੇਤਰਾਂ ਦੀ ਦ੍ਰਿਸ਼ਟੀ ਕਟਾਖ ਪਈ। ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਵਿਧਾਰਿਓ। ਕਟਾਖਸ਼ ਹੁੰਦੀ ਨੇਤਰਾਂ ਦੀ, ਅਵਲੋਕਨ ਹੁੰਦਾ ਦੇਖਣਾ। ਜਿੱਥੇ ਪੈ ਜਾਵੇ ਲੋਹੇ ਨੂੰ ਲਾਲ ਬਣਾ ਦਿੰਦੀ ਹੈ, ਆਮ ਲੱਕੜੀ ਨੂੰ ਸ੍ਰੀ ਖੰਡ ਚੰਦਨ ਬਣਾ ਦਿੰਦੀ ਹੈ। ਦ੍ਰਿਸ਼ਟੀ 'ਚ ਬੜਾ ਭਾਰੀ ਫਰਕ ਹੈ। ਇਸ ਸੰਬੰਧ 'ਚ ਮੈਂ ਬਹੁਤਾ ਕੁਛ ਨਾ ਬੋਲਾਂ। ਸੰਗਤ ਵਿੱਚ ਆਉਣਾ ਅਤੇ ਕੀਰਤਨ ਕਥਾ ਕਰਦੇ ਆ ਮਹਾਤਮਾ, ਔਰ ਸੰਗਤ ਦੀ ਇੱਕ ਦੂਜੇ 'ਤੇ ਦ੍ਰਿਸ਼ਟੀ ਪੈਣੀ, ਇਹ ਕੁਝ ਹੋਰ ਸਮਾਂ ਹੈ। ਇਸ ਪ੍ਰਕਾਰ ਦ੍ਰਿਸ਼ਟੀ ਪਈ ਮਰੇ ਕੁੱਤੇ 'ਤੇ ਮਰਿਆ ਜਿਉਂਦਾ ਕੀਤਾ। ਕਹਿੰਦੇ ਉੱਠ, ਇਹ ਤੇਰੀ ਜਾਤ ਭਾਈ ਆਏ ਨੇ, ਇਹਨਾਂ ਨਾਲ ਤੂੰ ਚਰਚਾ ਕਰ। ਮਰਿਆ ਜਿਉਂਦਾ ਹੋਇਆ। ਮਰੇ ਨੂੰ ਜਿਉਂਦੇ ਕਰਨਾ ਗੁਰੂ ਨਾਨਕ ਪਾਤਸ਼ਾਹ 10ਵੇਂ ਪਾਤਸ਼ਾਹ ਤੱਕ। ਸੋ 19-20 ਸਾਖੀਆਂ ਅਤੇ ਕਈ ਹਜ਼ਾਰ, 1,000 ਨਹੀਂ,
ਮਰੇ ਜਿਉਂਦੇ ਕੀਤੇ ਕਾਇ ਤੇ ਇੱਕ ਬਣ ਚੁੱਕੀ ਹੈ। ਗੁਰੂ ਪਿਆਰੇ ਹਰਵਿੰਦਰ ਸਿੰਘ ਨੇ YouTube ਤੇ ਪਾਈ ਹੋਈ ਹੈ, ਸੁਣ ਲਿਓ ਕਦੇ। ਬੜਾ ਇਤਿਹਾਸ ਜਿੰਨੀ ਕਿ ਨਿਗਾਹ 'ਚ ਆਈ ਬੇਨਤੀ ਕੀਤੀ ਹੈ। ਉਸ ਦਾ ਕਥਿਆ ਇੱਕ ਅੱਖਰ ਵੀ ਕਥਨ ਸਮਗਰ ਨਹੀਂ ਹੋ ਸਕਦਾ, ਕੌਣ ਜੰਮਿਆ ਕਰ ਸਕੇ। ਇਸ ਪ੍ਰਕਾਰ ਹਕੁੱਤਾ ਬੋਲਿਆ, ਜੋ ਜੋ ਪੰਡਤਾਂ ਨੇ ਬਚਨ ਕੀਤੇ ਉੱਤਰ ਦੇ ਕੇ ਨਿਰੁੱਤਰ ਕਰ ਦਿੱਤੇ, ਝੂਠੇ ਕਰ ਦਿੱਤੇ, ਗੋਡੀਆਂ ਲਵਾ ਦਿੱਤੀਆਂ। ਟਹਿ ਕੇ ਚਰਨੀ ਪੈ ਗਏ, ਮਾਫੀ ਮੰਗੀ। ਪੁੱਛਿਆ ਜੇ ਇੱਕ ਸ਼ੰਕਾ ਰਹਿ ਗਈ ਹੈ, ਇਸ ਕੂਕਰ ਨੂੰ ਸਾਡਾ ਜਾਤ ਭਾਈ ਕਿਉਂ ਕਿਹਾ ਹੈ? ਕਹਿੰਦੇ ਇਹਨੂੰ ਹੀ ਪੁੱਛੋ। ਉਹ ਸਰੀਰ ਮਰਦਾਨੇ ਦੁਆਰਾ ਕਹਿਣ ਤੋਂ ਛੱਡ ਗਿਆ। ਉਹਦੀ ਆਤਮਾ ਵੱਲੋਂ ਆਵਾਜ਼ ਆਈ, ਤੁਸੀਂ ਜਿਸ ਨਾਲ ਚਰਚਾ ਕਰਦੇ ਹੋ ਆਮ ਪੰਡਤ ਨਾ ਮੰਨੋ, ਆਮ ਸੰਤ ਸਾਧ ਨਾ ਮੰਨੋ। ਇਹ ਆਪ ਨਿਰੰਕਾਰ ਕਾਲ ਪੁਰਖ ਨੇ ਚਰਨੀ ਪੈ ਕੇ ਸੁਭ ਉਪਦੇਸ਼ ਗ੍ਰਹਿਣ ਕਰੋ। ਇਸ ਪ੍ਰਕਾਰ ਮੈਂ ਗੋਪਾਲ ਦੱਤ ਤੇਰਾ ਵੱਡਗਾ, ਤੇਰਾ ਦਾਦਾ ਪੰਡਤ ਵਿਸ਼ਨ ਦੱਤ ਸਾਂ। ਮੈਨੂੰ ਵਿਦਿਆ ਦਾ ਬੜਾ ਗੁਮਾਨ ਸੀ, ਬੜਾ ਮਨ ਵਿੱਚ ਮਾਣ ਸੀ। ਹੰਕਾਰ ਠੀਕ ਨਹੀਂ, ਪਾਪਾਤਮਾ ਮਿਤਰੰਗ ਤਜੰਤ ਸਤਰੰਗ ਦ੍ਰਿੜੰਤ। ਅਨਕ ਮਾਇਆ ਵਿਸ ਸਥੀਰ ਨੇ, ਖਿਲਾਰਦਾ ਹੈ ਮਾਇਆ ਆਪਣੀ। ਹੰਕਾਰ ਕਦੇ ਵੀ ਚੰਗਾ ਨਹੀਂ। ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੇ ਗੁਹਾਨ। ਨਾਨਕ ਨੇਹ ਫਲ ਜਾਤ ਤੇ ਜੋ ਕੁੰਚਰ ਇਸ਼ਨਾਨ। ਹੰਕਾਰ ਕਦੇ ਵੀ ਚੰਗਾ ਨਹੀਂ ਕਰਨਾ ਚਾਹੀਦਾ। ਜੇ ਕੀਤੀ ਕਤਰੀ ਗਵਾਉਣੀ ਹੈ ਤੇ ਹੰਕਾਰ ਕਰ ਲਵੋ। ਇਸ ਪ੍ਰਕਾਰ ਹੰਕਾਰ ਨਹੀਂ ਕਰਨਾ ਚਾਹੀਦਾ। ਬੜਾ ਹੰਕਾਰ ਸੀ। ਮਹਾਤਮਾ ਆਗੇ ਬੰਦਗੀ ਸਿਮਰਨ ਵਾਲੇ ਨਿਸ਼ਾਨੀਆਂ ਹੁੰਦੀਆਂ। ਪਿਛਲੇ ਰਾਤੀ ਜਾਗਣਾ, ਨਾਮ ਦਾਨ ਇਸ਼ਨਾਨ ਦ੍ਰਿੜਾਏ। ਥੋੜਾ ਖਾਏ ਸੌਂਵਣਾ, ਥੋੜਾ ਬੋਲਣਾ, ਗੁਰਮਤਿ ਪਾਏ। ਗੁਰਮਤੀਆਂ ਦੀਆਂ ਨਿਸ਼ਾਨੀਆਂ ਹੁੰਦੀਆਂ। ਅੰਮ੍ਰਿਤ ਵੇਲੇ ਜਾਗਦੇ ਨੇ, ਸੌਂਦੇ ਨਹੀਂ, ਇਸ਼ਨਾਨ ਕਰਦੇ ਨੇ, ਫਿਰ ਨਾਮ ਨਾਲ ਬਾਣੀ ਨਾਲ ਜੁੜਦੇ ਨੇ, ਫਿਰ ਘੱਟ ਬੋਲਦੇ ਨੇ, ਸੱਚਾ ਮਿੱਠਾ ਬੋਲਦੇ ਨੇ। ਇਸ਼ਨਾਨ ਦ੍ਰਿੜਾਏ, ਥੋੜਾ ਖਾਏ ਸੌਂਵਣਾ। ਸੌਣਾ ਵੀ ਥੋੜਾ ਇਵੇਂ ਨਹੀਂ, ਪੇਟ ਭਰਿਓ ਪਸ਼ੂਆ ਜੋ ਸੋਇਓ, ਮਾਨੁਖ ਜਨਮ ਤੈ ਹਾਰਿਓ। ਇਸ ਪ੍ਰਕਾਰ ਦੀ ਵੀ ਭਾਵ ਨੀਤੀ ਹੋਣੀ ਚਾਹੀਦੀ ਹੈ। ਇਹਨਾਂ ਨਿਸ਼ਾਨੀਆਂ ਨੂੰ ਗ੍ਰਹਿਣ ਕਰਨਾ ਚਾਹੀਦਾ ਹੈ, ਗੁਣਾਂ ਨੂੰ ਧਾਰ ਕਰਨਾ ਚਾਹੀਦਾ ਹੈ। ਇਸ ਪ੍ਰਕਾਰ ਜ਼ਿੰਦਗੀ ਬਤੀਤ ਕਰਨੀ ਚਾਹੀਦੀ ਹੈ। ਤੁਮਾਰਾ ਸਾਹਿਬ ਉਹ ਮਹਾਤਮਾ ਸੀ ਬੰਦਗੀ ਵਾਲੇ, ਸਿਮਰਨ ਕਰਨ ਵਾਲੇ। ਸਿਮਰਨ ਤੋਂ ਬਿਨਾਂ ਤੇ ਬੰਦਗੀ ਤੋਂ ਬਿਨਾਂ ਗੱਲ ਹੀ ਅਲ ਪਲਾਲੀਆਂ। ਸੋ ਆਲ ਜਦੋਂ ਆਲ ਪਲਾਲ ਊਲ ਜਲੋਲ ਕੰਮ ਨਾ ਆਵੇ ਮੇ ਤੋਂ ਕਿਸੇ ਕੰਮ ਨਹੀਂ ਤੇਰੇ ਆਉਣੀ ਹੈ। ਉਹ ਨਾ ਬੋਲ, ਅਨਰਥ ਨਾ ਬੋਲ, ਝੂਠ ਨਾ ਬੋਲ, ਨਿੰਦਿਆ ਨਾ ਕਰ, ਚੁਗਲੀ ਨਾ ਕਰ। ਜੋਗ ਜੋਗ ਬਚਨ ਲੋੜੀ ਦਾ ਕਰੋ। ਧੰਨ ਗੁਰੂ ਅੰਗਦ ਸਾਹਿਬ ਜੀ ਦੀ ਅਵਸਥਾ ਲਿਖੀ ਹੈ, ਭਲਾ ਜੀ ਭਾਣਾ ਜੀ ਭੁੱਲ ਗਏ ਜੀ। ਇਸ ਪ੍ਰਕਾਰ ਮੈਂ ਉਹਨਾਂ ਦੇ ਪਿੱਛੇ ਪੈ ਗਿਆ, ਮੇਰੇ ਨਾਲ ਚਰਚਾ ਕਰੋ। ਉਹ ਭਜਨ ਕਰਦੇ, ਸਿਮਰਨ ਕਰਦੇ ਸਨ, ਪਰਾਂ ਚਲੇ ਗਏ। ਮੈਂ ਫੇਰ ਮਗਰ ਚਲੇ ਗਿਆ, ਪਰਾਂ ਚਲੇ ਗਏ, ਫੇਰ ਮਗਰ ਚਲੇ ਗਿਆ ਕਿ ਪੈਰ ਤੰਗ ਕੀਤਾ 3 ਘੰਟੇ। ਉਹ ਹਾਰ ਕੇ ਰਸਨਾ ਤੋਂ ਕਹਿੰਦੇ ਕੂਕਰ ਸਮਾਨ ਭੌਂਕੀ ਜਾਂਦਾ ਹੈ, ਸਾਨੂੰ ਬੰਦਗੀ ਸਿਮਰਨ ਨਹੀਂ ਕਰਨ ਦਿੰਦਾ। ਬੇਨਤੀ ਕੀਤੀ, ਅਸੀਂ ਕੋਈ ਵਿਦਵਾਨ ਨਹੀਂ, ਅਸੀਂ ਤਾਂ ਬੰਦਗੀ ਸਿਮਰਨ ਕਰਨ ਵਾਲੇ ਹਾਂ। ਉਹਨਾਂ ਦੇ ਬਚਨਾਂ ਅਨੁਸਾਰ ਮੈਂ ਕੁੱਤਾ ਬਣਿਆ। ਪੜ੍ਹਿਆ ਤੇ ਬਹੁਤ ਸਨ। ਕਾਸ਼ੀ 'ਚ ਵਿਦਿਆ ਹੋਣ ਕਰਕੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਉੱਥੇ ਗਏ ਸੀ ਉਹਨਾਂ ਨੂੰ ਸੁਧਾਰ ਕਰਨ ਵਾਸਤੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ 5 ਸਿੱਖ ਕਾਸ਼ੀ ਵਿੱਚ ਭੇਜੇ ਸੀ। ਉਹ ਆਪਣੀ ਬਰਾਦਰੀ ਬ੍ਰਾਹਮਣਾਂ ਤੋਂ ਬਿਨਾਂ ਹੋਰ ਕਿਸੇ ਨੂੰ ਪੜ੍ਹਾਉਂਦੇ ਨਹੀਂ ਸੀ। ਭਗਤ ਜੀ ਨੇ ਲਿਖਿਆ ਨਾ, ਬ੍ਰਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰੂ ਨਾਹੀਂ। ਅਰਧ ਉਰਜ ਕੇ ਪਚਮੁਆ, ਚਾਰੋਂ ਵੇਦੋਂ ਮਾਹੇ। ਮਹਾਰਾਜ ਸਾਹਿਬ 10ਵੇਂ ਪਾਤਸ਼ਾਹ ਕਹਿੰਦੇ ਜਾਓ ਗੁਰੂ ਕੇ ਸਿੱਖੋ। ਅਜੇ ਅੰਮ੍ਰਿਤ ਨਹੀਂ ਸੀ ਛਕਾਇਆ। ਤੁਸੀਂ 5 ਸਿੱਖ ਜਾਓ, ਧੋਤੀਆਂ ਬੰਨ੍ਹ ਲਓ, ਤਿਲਕ ਲਾ ਲਓ, ਕੇਸ ਪਿੱਛੇ ਨੂੰ ਸੁੱਟ ਲਓ ਅਤੇ ਵਿਦਿਆ ਪੜ੍ਹ ਕੇ ਆਓ। ਉਹ 5 ਸਿੱਖ ਨਿਰਮਲ ਪੰਥ ਉਹਨਾਂ ਤੋਂ ਚੱਲਿਆ ਹੈ। ਆਏ ਤੇ ਮਹਾਰਾਜ ਸਾਹਿਬ ਨੇ ਕਿਹਾ ਵੀ ਤੁਸੀਂ ਵਿਦਿਆ ਦਾ ਮਾਣ ਕਰਦੇ ਹੋ, ਸਮਾਂ ਆਊ। ਧੰਨ ਗੁਰੂ ਗੋਬਿੰਦ ਸਿੰਘ ਦੀ ਦੇਣ, ਸਮਾਂ ਆਊ। ਜਿਨ੍ਹਾਂ ਨੂੰ ਤੁਸੀਂ ਸੂਦਰ ਅਤੇ ਵੈਸ਼ ਕਹਿੰਦੇ ਹੋ, ਇਹਨਾਂ ਦੇ ਚਰਨਾਂ 'ਚ ਬਹਿ ਕੇ ਤੁਹਾਡੇ ਬੱਚੇ ਪੜ੍ਹਤੋਂ ਪੜ੍ਹਿਆ ਕਰਨਗੇ। ਇਹ ਗੁਰੂ ਦੀ ਦੇਣ ਹੈ। ਇਸ ਪ੍ਰਕਾਰ ਬੜੀਆਂ ਦੇਣਾਂ ਗੁੱਝੀਆਂ ਜਿਹੜੀਆਂ ਪੜ੍ਹਨ ਸੁਣਨ ਵਾਸਤੇ ਗੁਰੂ ਚਰਨਾਂ 'ਚ ਆਪਾਂ ਇਕੱਤਰ ਹੋਏ ਹਾਂ। ਹੁਣ ਵੇਖ ਲਓ ਉਹ ਯਤਨ ਸਾਰੇ ਮਹਾਰਾਜ ਸਫਲ ਹੋ ਰਹੇ ਨੇ। ਫਿਰ ਇਹ ਸਾਹਿਸ ਨਾਮ ਹਜ਼ਾਰ ਦਾ ਹੈ। ਸਾਹਿਸ ਕਿਰਤ ਹੈ ਸ਼ੇਸ਼ ਨਾਗ ਹਜ਼ਾਰ ਮੁਖ ਵਾਲੇ ਦੀ ਬੋਲੀ। ਉਹਨੂੰ ਮਾਣ ਦਿੱਤਾ ਮਹਾਰਾਜ ਸਾਹਿਬ ਜੀ ਨੇ। ਇਸ ਵਿੱਚੋਂ ਨਿਕਲੀ ਸੰਸਕ੍ਰਿਤ।
ਸਾਹਿਸਕ੍ਰਿਤੀ ਹੈ ਗੁਰੂ ਗ੍ਰੰਥ ਸਾਹਿਬ। ਸੰਸਕ੍ਰਿਤ ਅੱਗੇ ਇਹਦੇ ਵਿੱਚੋਂ ਨਿਕਲੀ ਹੈ, ਉਸ ਵਿੱਚੋਂ ਹਿੰਦੀ ਨਿਕਲੀ ਹੈ। ਸਾਨੂੰ ਇਹ ਗਿਆਨ ਹੋਣਾ ਚਾਹੀਦਾ ਤੇ ਮਹਾਰਾਜ ਸਾਹਿਬ ਨੇ ਇਹ ਵੀ ਤਰਸ ਕੀਤਾ। ਲੋਕਾਂ ਦੀ ਗਤ ਪ੍ਰਾਪਤੀ ਮਨ ਵਿੱਚ ਠਾਣ ਕੇ ਜਾਣ ਕੇ ਇਹਨਾਂ ਨੂੰ ਕਿਸੇ ਸੰਸਕ੍ਰਿਤੀ ਪੜ੍ਹਨ ਨਹੀਂ ਦੇਣੀ, ਇਹਨਾਂ ਨੂੰ ਸਮਝ ਨਹੀਂ ਪੈਣੀ, ਇਹਨਾਂ ਦੀ ਉਮਰ ਛੋਟੀ ਹੈ, ਧੰਦਿਆਂ 'ਚ ਗਲਤਾਨ ਇਹਨਾਂ ਨੇ ਰਹਿਣਾ, ਨਸ਼ਿਆਂ ਵਿਸ਼ਿਆਂ 'ਚ ਫਸੇ ਰਹਿਣਾ ਹੈ। ਤੇ ਸੌਖੀ ਬੋਲੀ ਗੁਰਮੁਖੀ ਅੱਖਰ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਦੇਣ, ਜਿਨ੍ਹਾਂ ਦਾ ਪ੍ਰਚਾਰ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਖਡੂਰ ਸਾਹਿਬ ਦੀ ਧਰਤੀ 'ਤੇ ਕੀਤਾ। ਗੁਰੂ ਸਾਹਿਬ ਜੀ ਬਾਣੀ ਉਚਾਰਦੇ ਰਹੇ ਤੇ ਲਿਖਦੇ ਰਹੇ, ਉਹ ਵੀ ਗੁਰਮੁਖੀ ਅੱਖਰਾਂ ਵਿੱਚ, ਜਿਹੜੀ ਪੋਥੀਆਂ ਦੇ ਰੂਪ ਵਿੱਚ। ਗੋਬਿੰਦਵਾਲ ਸਾਹਿਬ ਤੋਂ ਗੁਰੂ ਅਰਜਨ ਸਾਹਿਬ ਮਹਾਰਾਜ ਸਾਹਿਬ ਜੀ ਲੈ ਕੇ ਆਏ ਸੀ ਪਾਲਕੀ ਵਿੱਚ, ਨੰਗੀ ਪੈਰੀ ਚੌੜ ਕਰਦਿਆਂ ਬੜਾ ਸਤਿਕਾਰ ਕੀਤਾ। ਦੁੱਖ ਭੰਜਨੀ ਬੇਰੀ ਦੇ ਨੇੜੇ ਥੜਾ ਬਣਿਆ ਹੈ, ਚਬੂਤਰਾ ਬਣਿਆ ਹੈ, ਉਸ ਥਾਂ 'ਤੇ ਪੋਥੀਆਂ ਰੱਖ ਕੇ ਪੀਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਦਾਨਾ। ਰਤਨ ਲਾਲ ਕਛੂ ਨ ਮੋਲ, ਭਰੇ ਭੰਡਾਰ ਅਖੂਟ ਅਤੋਲ, ਖਾਵੋ ਖਰਚੋ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਈ। ਤੋਟਾ ਨਹੀਂ ਆਵੇਗਾ, ਘਾਟਾ ਨਹੀਂ ਆਵੇਗਾ, ਖਜ਼ਾਨਾ ਵੱਧਦਾ ਹੀ ਜਾਵੇਗਾ ਤੇ ਵੱਧ ਰਿਹਾ ਹੈ। ਹੋਰ ਸਰੂਪਾਂ ਦੀ ਵੀ ਦੇਣ ਹੈ, ਮੈਂ ਉਸ ਪਾਸੇ ਬਹੁਤਾ ਨਾ ਜਾਵਾਂ। ਸਾਰੀ ਰਾਤ ਰਹਿਣ ਸਬਾਈ ਕੀਰਤਨ ਉਸ ਤੋਂ ਆਰੰਭ ਹੋਇਆ ਹੈ। ਮਹਾਰਾਜ ਸਾਹਿਬ ਨੇ ਕੀਤਾ ਤੇ ਕਰਵਾਇਆ, ਬਖਸ਼ਾਂ ਕੀਤੀਆਂ। ਤੇ ਫਿਰ ਸਾਹਿਬ ਗੁਰੂ ਗ੍ਰੰਥ ਸਾਹਿਬ ਭਾਈ ਗੁਰਦਾਸ ਜੀ ਪਾਸੋਂ ਆਪ ਜੀ ਨੇ ਰਸਨਾ ਤੋਂ ਉਚਾਰ ਕੇ ਉਹਨਾਂ ਪੋਥੀਆਂ ਸਮੇਤ ਆਪਣੀ ਬਾਣੀ, ਭਗਤਾਂ ਦੀ ਬਾਣੀ ਲਿਖਵਾ ਕੇ ਇਹ ਹੋਂਦ ਵਿੱਚ ਆਈ। ਉਹ ਗੁਰਮੁਖੀ ਅੱਖਰਾਂ 'ਚ, ਗੁਰਮੁਖੀ ਅੱਖਰਾਂ ਦੀ ਦੇਣ ਕਿੰਨੀ ਪਰਉਪਕਾਰੀ ਸਾਡੇ ਵਾਸਤੇ। ਨਹੀਂ ਸਾਨੂੰ ਸਮਝ ਲੱਗਣੀ ਸੀ, ਹੋਰ ਬੋਲੀਆਂ 'ਚ ਨਹੀਂ ਸੀ ਕਿਸੇ ਨੇ ਪੜ੍ਹ ਦੇਣਾ ਸਾਨੂੰ। ਇਸ ਪ੍ਰਕਾਰ ਮਹਾਰਾਜ ਸਾਹਿਬ ਨੇ ਤਰਸ ਕੀਤੀ। ਤੇ ਫਿਰ ਪਹਿਲਾ ਗ੍ਰੰਥ ਹੈ, ਪਹਿਲਾ ਇਤਿਹਾਸ ਲੈ ਲਓ, ਬਾਣੀ ਲੈ ਲਓ, ਜਨਮ ਸਾਖੀ ਭਾਈ ਬਾਲੇ ਜੀ ਵਾਲੀ। ਗੁਰੂ ਨਾਨਕ ਸੱਚਖੰਡ ਜਾਣ ਤੋਂ ਉਪਰੰਤ ਬਾਲਾ ਜੀ ਗੁਰੂ ਕੀ ਜਨਮ ਪੱਤਰੀ ਤੋਂ ਲੈ ਕੇ ਸੁਣਾਉਂਦੇ ਨੇ ਤੇ ਮੋਖਾ ਪੈੜਾ ਜੀ ਲਿਖਦੇ ਨੇ। ਗੁਰੂ ਅੰਗਦ ਸਾਹਿਬ ਤੇ ਹੋਰ 5 ਸਿੱਖ ਸੁਣਦੇ ਨੇ। ਗ੍ਰੰਥ ਪਹਿਲਾ ਤਿਆਰ ਹੋਇਆ ਗੁਰਮੁਖੀ ਅੱਖਰਾਂ ਵਿੱਚ। ਬਹੁਤ ਸਮਾਂ ਇਹ ਲਾਗੂ ਨਹੀਂ ਰਹੇ, ਕਚਹਿਰੀਆਂ 'ਚ ਹੋਰ ਥਾਵਾਂ 'ਚ ਥੋੜ੍ਹੇ ਸਮੇਂ ਤੋਂ ਲਾਗੂ ਹੋਏ ਨੇ। ਆਉਣ ਵਾਲਾ ਸਮਾਂ ਆਵੇਗਾ, ਹੋਰ ਬਹੁਤਾ ਇਸ ਦੀ ਵਧੇਗੀ। ਦੇਸਾਂ ਤੇ ਪ੍ਰਦੇਸਾਂ ਵਿੱਚ ਊੜਾ ਐੜਾ 35 ਵੀ ਬਾਣੀ ਹੈ, ਸਾਰੇ ਅੱਖਰਾਂ ਦੇ ਦਰਸ਼ਨ ਵੀ ਬਾਣੀ ਹੈ। ਇਹਦੇ ਬਰਾਬਰ ਦੁਨੀਆ ਦੀ ਹੋਰ ਲਿਪੀ ਨਹੀਂ ਸਮਝਣੀ। ਇਹਨੂੰ ਪੈਰਾਂ ਥੱਲੇ ਨਹੀਂ ਅੱਖਰਾਂ ਨੂੰ ਆਉਣ ਦੇਣਾ। ਇਹਨਾਂ ਦੇ ਲਿਫਾਫੇ ਬਣ ਗਏ, ਭਾਵੇਂ ਅਖਬਾਰਾਂ ਦੇ ਛਪ ਕੇ ਤੇ ਬਾਣੀ ਵੀ ਛਾਪ ਦਿੰਦੇ ਨੇ। ਯੋਗ ਨਹੀਂ, ਠੀਕ ਨਹੀਂ। ਵੱਧ ਤੋਂ ਵੱਧ ਸਤਿਕਾਰ ਕਰਨਾ ਚਾਹੀਦਾ। ਗੁਰੂ ਕੀ ਮੁੱਖੋਂ ਉਚਾਰੇ ਹੋਏ ਅੱਖਰ ਨੇ, ਅੱਖਰ ਅੱਖਰ ਗੁਰੂ ਕੀ ਬਾਣੀ ਹੈ। ਨੂੰ ਉਸ ਕੂਕਰ ਦੀ ਆਤਮਾ ਨੇ ਆਵਾਜ਼ ਦੇ ਕੇ ਕਹਿ ਕੇ ਸਮਝਾਇਆ ਵੀ ਨਾ ਕੋਈ ਉਪਦੇਸ਼ ਗ੍ਰਹਿਣ ਕਰੋ, ਚਰਚਾ ਨਾ ਕਰੋ। ਜਦੋਂ ਉਹਨਾਂ ਮਾਫੀ ਮੰਗੀ, ਚਰਚਾ ਛੱਡੀ, ਉਪਦੇਸ਼ ਮੰਗਿਆ ਤੇ ਹਜ਼ੂਰ ਨੇ ਦਿੱਤਾ ਉਹਨਾਂ ਦੀ ਬੋਲੀ ਵਿੱਚ। ਉਹ ਸਾਹਿਸ ਕ੍ਰਿਤੀ ਸ਼ਲੋਕ ਪੜ ਪੁਸਤਕ ਸੰਧਿਆ ਬਾਦੰ, ਸਿਰ ਪੂਜ ਬਗਲ ਸਮਾਦੰ, ਮੁਖ ਝੂਠ ਵਿਭੂਖ ਨੁਸਾਰੰ, ਤ੍ਰੈਪਾਲ ਤਿਹਾਲ ਵਿਚਾਰੰ, ਗਲ ਮਾਲਾ ਤਿਲਕ ਲਲਾਟੰ, ਦੋ ਧੋਤੀ ਬਸਤਰ ਕਪਾਟੰ। ਸਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਖਸ਼ ਕੀਤੀ ਸੀ। ਵਿਸ਼ਨੂੰ ਦੱਤ ਦਾ ਪੋਤਰਾ ਸੀ ਗੋਪਾਲ ਦੱਤ। ਗੋਪਾਲ ਦੱਤ ਦੇ ਪੋਤਰੇ ਸਨ ਹਰੀ ਲਾਲ, ਹਰੀ ਕ੍ਰਿਸ਼ਨ। ਬੜੀ ਵਿਦਿਆ ਪੜ੍ਹੀ, ਵਿਦਵਾਨ ਬਣ ਗਏ, ਪਰ ਮਨ ਨੂੰ ਸ਼ਾਂਤੀ ਨਹੀਂ, ਮਨ ਨੂੰ ਟਿਕਾ ਨਹੀਂ, ਆਨੰਦ ਨਹੀਂ, ਖੇੜਾ ਨਹੀਂ। ਇੱਕ ਦਿਨ ਸਾਹਿਬ ਗ੍ਰੰਥ ਜਿੰਨੇ ਸਨ ਪੁਸਤਕਾਲਾ ਸਾਰਾ ਫੋਲਣਾ ਸ਼ੁਰੂ ਕੀਤਾ, ਸੰਭਾਲਣਾ ਸ਼ੁਰੂ ਕੀਤਾ। ਫੋਲਦਿਆਂ ਫੋਲਦਿਆਂ ਲੱਭਦਿਆਂ ਲੱਭਦਿਆਂ 4 ਸ਼ਲੋਕ ਗੁਰੂ ਨਾਨਕ ਪਾਤਸ਼ਾਹ ਵਾਲੇ ਮਿਲੇ। ਹਰੀ ਲਾਲ ਤੇ ਹਰੀ ਕ੍ਰਿਸ਼ਨ ਨੇ ਪੜ੍ਹੇ। ਬੜਾ ਗਿਆਨ ਮਨ ਨੂੰ ਆਇਆ, ਬੜੀ ਸ਼ਾਂਤੀ ਮਿਲੀ, ਬੜਾ ਟਿਕਾ ਮਿਲਿਆ। ਸੋਚਣ ਲੱਗੇ ਇਹ ਕਿਹਦੀ ਬਾਣੀ ਹੈ। ਪਤਾ ਲੱਗਾ ਕਿ ਗੁਰੂ ਨਾਨਕ ਪਾਤਸ਼ਾਹ ਇਸ ਥਾਂ 'ਤੇ ਆਏ ਸੀ ਤੇ ਸਾਡੇ ਵੱਡਿਆਂ ਨੂੰ ਇਹ ਉਪਦੇਸ਼ ਦਿੱਤਾ। ਉਹ 4 ਸ਼ਲੋਕ ਗੀਤਾ ਲੈ ਕੇ ਉਹ ਹਰੀ ਲਾਲ ਤੇ ਹਰੀ ਕ੍ਰਿਸ਼ਨ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਪਤਾ ਕਰਕੇ ਪਹੁੰਚੇ ਹੈ। ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ ਹੈ, ਇਸ਼ਨਾਨ ਪਾਨ ਕੀਤਾ ਹੈ। ਮਹਾਰਾਜ ਰਾਮਸਰ ਵਾਲੀ ਜਗ੍ਹਾ 'ਤੇ ਬਾਣੀ ਉਚਾਰਦੇ ਹਨ, ਮੰਜੀ ਸਾਹਿਬ ਦੀਵਾਨ ਸਜਾਉਂਦੇ ਹਨ। ਚਰਨਾਂ 'ਚ ਹਾਜ਼ਰ ਹੋਏ, ਹੱਥ ਜੋੜ ਕੇ ਗਲ ਪੱਲਾ ਪਾ ਕੇ ਬੇਨਤੀ ਕੀਤੀ ਕਿ ਤੁਹਾਡੇ ਵੱਡੇ ਸਤਿਗੁਰੂ ਨਾਨਕ ਪਾਤਸ਼ਾਹ ਨੇ ਸਾਡਿਆਂ ਵੱਡਿਆਂ ਆਦਿਕਾਂ ਨੂੰ, ਗੋਪਾਲ ਦੱਤ ਆਦਿਕਾਂ ਨੂੰ
ਸੋ ਇਹ ਸਿੱਖਿਆ ਦਿੱਤੀ ਸੀ। ਇਹ 4 ਸਲੋਕ ਅਸੀਂ ਲੈ ਕੇ ਆਏ ਹਾਂ। ਇਹਨਾਂ ਨੂੰ ਬਾਣੀ ਵਿੱਚ ਦਰਜ ਕਰੋ, ਹਜ਼ੂਰ ਨੇ ਕਰ ਲਏ। ਅਤੇ ਕਿਰਪਾ ਕਰਕੇ ਤੁਸੀਂ ਸਾਨੂੰ ਉਪਦੇਸ਼ ਦਿਓ। ਜਿਹੜੇ ਅਗਲੇ ਸਾਹਿਸਕ੍ਰਿਤੀ ਸਲੋਕ ਆਰੰਭ ਹੋਏ ਨੇ, ਕਤੰਚ ਮਾਤਾ, ਕਤੰਚ ਪਿਤਾ, ਕਤੰਚ ਬੰਤਾ ਬਨੋਰ ਸੁਤ ਹੈ, ਕਤੰਚ ਭਰਾਤ ਮੀਤ ਹਿਤ ਬੰਧਮ, ਕਤੰਚ ਮੋਹ ਕੁਟੰਬਿ ਅਤੇ ਇਤ ਆਦਿਕ ਤ੍ਰਿਗੰਤ ਮਾਤ ਪਿਤ ਸਨੇਹੰ, ਤ੍ਰਿਗ ਸਨੇਹੰ ਭਰਾਤ ਬਾਂਧਵੈ, ਤ੍ਰਿਗ ਸਨੇਹੰ ਬੰਤਾ ਬਲਾ ਸੁਤ ਹੈ, ਤ੍ਰਿਗ ਸਿੰਘ ਰਹਾਰ ਸਖੈ, ਸਾਧ ਸੰਗ ਸਨੇਹੰ ਸਤਿਅੰ ਸੁਖਯੰ ਬਸੰਤ ਨਾਨਕ ਹੈ। ਇਤ ਆਦਿਕ ਇੱਥੋਂ ਆਰੰਭ ਕਰਕੇ 67 ਸਲੋਕ ਹਜ਼ੂਰ ਨੇ ਬਖਸ਼ ਕੀਤੇ। ਜਿਨ੍ਹਾਂ ਦੀ ਵਿਚਾਰ ਸੁਣਦੇ ਸੁਣਦੇ ਆਪ ਜੀ ਇੱਥੋਂ ਤੱਕ ਪਹੁੰਚੇ ਹੋ। ਕੱਲ੍ਹ ਗੁਰਮੁਖਾਂ ਨੇ ਹੁਕਮ ਲਾਇਆ ਵੀ ਤੁਸੀਂ ਵਿਦੇਸ਼ ਨੂੰ ਜਾ ਰਹੇ ਹੋ, ਵੱਸ ਦੀ ਗੱਲ ਨਹੀਂ, ਕੋਈ ਫੁਰਨਾ ਨਹੀਂ, ਕੋਈ ਮੰਗ ਨਹੀਂ ਸੀ, ਪਰ ਨੱਕ ਨੱਥ ਖਸਮ ਹੱਥ ਕਿਰ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ। ਕੁਝ ਸੰਬੰਧੀਆਂ ਦਾ ਪ੍ਰੇਮ ਘਰ ਵਾਲੀ ਨੂੰ ਯਾਦ ਆਉਂਦਾ ਹੈ ਅਤੇ ਦਾਸ ਨੂੰ ਉੱਥੋਂ ਦੇ ਪ੍ਰੇਮੀਆਂ ਵੀਰਾਂ ਦਾ ਪਿਆਰ ਯਾਦ ਆਉਂਦਾ ਹੈ। ਮਹਾਰਾਜ ਸਾਹਿਬ ਕਿਰਪਾ ਕਰਕੇ ਸੇਵਾ ਲੈਣ। ਇਸ 15ਵੇਂ 16ਵੇਂ ਸਲੋਕ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਮਿਲ ਕੇ ਵਿਚਾਰ ਕਰੀਏ। ਹੇ ਹਰੀ ਲਾਲ, ਹੇ ਹਰੀ ਕ੍ਰਿਸ਼ਨ, ਅਨਿਤ ਵਿਤਯੰ ਅਨਿਤ ਚਿਤਯੰ ਅਨਿਤ ਆਸਾ ਬਹੁਵਿਧ ਪ੍ਰਕਾਰੰ। ਮਹਿੰਗੀ ਬੋਲੀ ਹੈ। ਗਿਆਨ ਬੜਾ ਹੈ, ਗਿਆਨ ਦਾ ਭੰਡਾਰੂ। ਅਰਜਨ ਸਾਹਿਬ ਰਸਨਾ ਤੋਂ ਨਿਕਲੇ ਹੋਏ ਸ਼ਬਦ ਵਿਅਤ ਨਾਮ ਹੈ ਦੌਲਤ ਦਾ, ਧਨ ਦਾ ਅਤੇ ਮਾਇਆ ਦਾ। ਜੀਵ ਜਨਮ ਅਜੇ ਲੈਂਦਾ ਨਹੀਂ, ਮਾਤਾ ਦੇ ਪੇਟ ਦੇ ਵਿੱਚ ਉਧਰ ਵਿੱਚ ਹੀ ਹੁੰਦਾ ਹੈ। ਜੋ ਜਨਨੀ ਗਰਭ ਪਾਲਤੀ ਸੁਤ ਕੀ ਘਰ ਆਸਾ, ਵੱਡਾ ਹੋਏ ਧਨ ਖਾੜ ਦੇ ਕਰ ਭੋਗ ਬਿਲਾਸਾ। ਮੈਂ ਬੱਚੇ ਨੂੰ ਜਨਮ ਦੇਵਾਂਗੀ, ਉਸ ਨੂੰ ਪੜ੍ਹਾਵਾਂਗੀ, ਪਾਲਾਂਗੀ, ਅਫਸਰ ਬਣੂੰਗਾ, ਧਨ ਖੱਟੂਗਾ, ਮੈਂ ਭੋਗ ਬਿਲਾਸ ਪਦਾਰਥਾਂ ਦੇ ਕਰੂੰਗੀ, ਮੈਂ ਆਨੰਦ ਮਾਣੂਗੀ। ਕਿਸਾਨੀ ਕਿਸਾਨ ਕਰੇ ਲੋਚੇ ਜੀਉ ਲਾਏ, ਉਦਮ ਕਰੇ ਹਾਲ ਜੋਤੇ, ਮੇਰਾ ਪੁੱਤ ਧੀ ਖਾਏ। ਕਿਸਾਨ ਵੀ ਯਤਨ ਕਰਦਾ ਹੈ, ਉਦਮ ਕਰਦਾ ਹੈ, ਹਾਲ ਜਿਉਂਦਾ ਹੈ। ਖੇਤੀ ਹੋਵੇ, ਧਨ ਪੈਦਾ ਹੋਵੇ, ਮੇਰੇ ਪੁੱਤਰ ਧੀਆਂ ਖਾਣ। ਇਹੋ ਜਿਹੀ ਹਾਲਾਤ ਜੀਵ ਦੀ ਬਣੀ ਹੋਈ ਹੈ ਸਾਰੀ ਉਮਰ। ਮਾਇਆ ਮਨਹੁ ਨ ਵੀਸਰੈ, ਮੰਗੇ ਦਮਾ ਦਮ, ਸੋ ਪ੍ਰਭ ਚੇਤਨ ਆਵਈ, ਨਾਨਕ ਨਹੀਂ ਕਰਮ। ਦਿਨੇ ਰਾਤ ਮਾਇਆ ਹੀ ਮਾਇਆ ਜੀਵ ਚਿਤਬਦੇ ਰਹਿੰਦੀ। ਜਿਹਨੂੰ ਬਹੁਤਾ ਯਾਦ ਕਰੀਏ ਸੋ ਉਹਦੇ ਫਿਰ ਚੇਲੇ ਬਣੀਦਾ। ਉਹ ਫਿਰ ਸਾਡਾ ਗੁਰੂ ਹੁੰਦਾ। ਇੱਕ ਪੰਡਤ ਗੁਰੂ ਨਾਨਕ ਪਾਤਸ਼ਾਹ ਕੋਲ ਆਇਆ, ਬੜਾ ਪੜ੍ਹਿਆ ਸੀ। ਕਹਿੰਦਾ ਜੀ ਮਨ ਨੂੰ ਸ਼ਾਂਤੀ ਨਹੀਂ ਆਉਂਦੀ, ਮਨ ਨੂੰ ਟਿਕਾ ਨਹੀਂ ਆਉਂਦਾ, ਕੋਈ ਕਿਰਪਾ ਕਰਕੇ ਉਪਦੇਸ਼ ਬਖਸ਼ੋ। ਹਜ਼ੂਰ ਕਹਿੰਦੇ ਤੇਰੇ ਗੁਰੂ ਥੋੜ੍ਹੇ ਅੱਗੇ ਬੈਠੇ ਨੇ, ਉਹਨਾਂ ਕੋਲ ਜਾ। ਚਲੇ ਗਿਆ। ਉਹ ਸੀ ਬ੍ਰਹਮਾ ਵਿਸ਼ਨੂੰ ਅਤੇ ਸ਼ਿਵ ਜੀ ਅਕਾਲ ਦੇ ਭੇਜੇ ਹੋਏ ਧਰਤੀ 'ਤੇ ਵਾਰੀ ਵਾਰੀ ਆਏ। ਜਾ ਸੀਸ ਨਵਾਏ, ਤੁਸੀਂ ਮੇਰੇ ਗੁਰੂ ਹੋ, ਗੁਰੂ ਨਾਨਕ ਨੇ ਭੇਜਿਆ, ਦਿਓ ਸਿੱਖਿਆ ਮੈਨੂੰ। ਹੱਸ ਕੇ ਕਹਿੰਦੇ ਨਹੀਂ, ਤੇਰਾ ਗੁਰੂ ਥੋੜ੍ਹਾ ਜਿਹਾ ਹੋਰ ਅੱਗੇ ਹੈ, ਉਸ ਮੰਦਰ 'ਚ ਬੈਠਾ ਹੋਇਆ ਹੈ, ਉਹ ਤੈਨੂੰ ਸਿੱਖਿਆ ਦੇਊ। ਜਦੋਂ ਉੱਥੇ ਗਿਆ ਤਾਂ ਇੱਕ ਬੀਬੀ ਨੌਜਵਾਨ ਸੁੰਦਰ ਵਸਤਰ ਵਹਿਣੇ ਪਾ ਕੇ ਬੈਠੀ ਸੀ। ਪੰਡਤ ਜੀ ਨੇ ਜਾ ਸੀਸ ਨਵਾਇਆ, ਤੂੰ ਮੇਰੀ ਗੁਰੂ। ਉਹਨੇ ਪੈਰੋਂ ਜੁੱਤੀ ਲਾ ਲਈ ਅਤੇ ਪੰਡਤ ਜੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਹਾਲ ਪਾ ਰਿਹਾ, ਬੜੀ ਪਈ, ਹੱਥ 'ਚ ਪੱਲਾ ਜੋੜ ਕੇ ਮਸਾਂ ਜਾਨ ਛਡਾਈ। ਵਾਪਸ ਆਇਆ ਉਹਨਾਂ ਤਿੰਨਾਂ ਕੋਲ। ਫਿਰ ਜਿਹਨਾਂ ਸਾਧੂ ਰੂਪ ਧਾਰਿਆ ਸੀ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਨੇ, ਇਹ ਮੈਨੂੰ ਕਿਹਦੇ ਕੋਲ ਭੇਜ ਦਿੱਤਾ? ਬੜੇ ਕਰੜੇ ਸੁਭਾਅ ਦੀ ਹੈ, ਬੜਾ ਮੈਨੂੰ ਉਹਨੇ ਕੁੱਟਿਆ, ਬੜੀ ਬੇਇੱਜ਼ਤੀ ਕੀਤੀ। ਤੇਰਾ ਗੁਰੂ ਜੋ ਹੋਇਆ ਕਿਉਂ? ਉਹ ਸੀ ਮਾਇਆ। ਅਤੇ ਤੂੰ ਦਿਨੇ ਰਾਤ ਮਾਇਆ ਨੂੰ ਯਾਦ ਕੀਤਾ ਹੈ। ਸਾਰਾ ਦਿਨ ਦੁਕਾਨਾਂ 'ਤੇ ਵੀ ਮਾਇਆ, ਸਾਰਾ ਦਿਨ ਮੰਡੀਆਂ 'ਤੇ ਵੀ ਮਾਇਆ, ਸਾਰਾ ਦਿਨ ਗੁਰਦੁਆਰੇ 'ਚ ਵੀ ਮਾਇਆ। ਮਾਇਆ ਮਨਹੁ ਨ ਵੀਸਰੈ, ਮੰਗੇ ਦਮਾ ਦਮ। ਇਹੋ ਹਾਲਾਤ ਹੋ ਵੀ ਕੋਟੀ ਖਾਣੀ ਪਊ, ਮਾਰੀ ਖਾਣੀ ਪਊ। ਉਦਮ ਕਰੋ, ਹੱਕ ਲਓ, ਖਾਵੋ, ਖਰਚੋ, ਮਿਲ ਭਾਏ ਮਿਲ ਕੇ ਸਾਰਿਆਂ ਦੇ ਨਾਲ। ਇਸ ਪ੍ਰਕਾਰ ਮਾਇਆ ਸਾਡੀ ਗੁਰੂ ਨਹੀਂ। ਕਿਤੇ ਵੀ ਜਿੱਥੇ ਜਾਣਾ ਮਾਇਆ ਮੁੱਖ ਨਹੀਂ ਰੱਖਣੀ, ਪਰਮੇਸ਼ਰ ਦਾ ਚਿੰਤਨ ਕਰਨਾ, ਕਰਤੇ ਪੁਰਖ ਦਾ। ਉਹ ਵਿਤੰਗ ਮਾਇਆ ਅਨਿਤ ਹੈ, ਨਾਲ ਨਹੀਂ ਨਿਭਣ ਵਾਲੀ। ਜਦੋਂ ਸਰੀਰ ਛੱਡ ਗਏ ਉਹ ਨਿਕਸਿਓ ਫੂਕ, ਹੋਇਓ ਗਇਓ ਸਵਾਹਾ, ਤਨ ਲੋਕਾਂ ਤਨ ਭਸਮੇ ਢੇਰੀ। ਸੋ ਇਸ ਪ੍ਰਕਾਰ ਨਾਗੇ ਪਾਵੋਂ ਪੇ ਗਏ, ਜਿਨ ਕੇ ਲੱਖ ਕਰੋੜ। ਲੱਖਾਂ ਕਰੋੜਾਂ ਦੇ ਮਾਲਕ ਪੈਰੀ ਨੰਗੀ ਦੁਨੀਆ ਤੋਂ ਚਲੇ ਗਏ, ਨਾਲ ਕਰਮ ਜਾਣੇ ਕੀਤੇ ਹੋਏ। ਕੋਈ ਵਸਤੂ ਲੰਕਾ ਗੜ ਸੋਨੇ ਕਾ ਭਇਆ, ਮੂਰਖ ਰਾਮ ਕਿਆ ਲੈ ਗਏ। ਆ ਮੂਰਖ
ਚਾਰ ਵੇਦਾਂ ਦਾ ਕਥਾਕਾਰ, ਮੂੰਹ ਜ਼ੁਬਾਨੀ ਜਾਤ ਵਿਦਵਾਨ, ਸਾਰੇ ਦੇਵਤੇ ਵਸ ਵਿੱਚ, ਕਾਲ ਨੂੰ ਪਾਵੇ ਨਾ ਬੱਧਾ ਹੈ, ਅੰਮ੍ਰਿਤ ਦੀ ਬੂੰਦ ਪੇਟ 'ਚ ਪ੍ਰਾਪਤ ਹੈ। 101 ਵਾਰੀ ਸਿਰ ਵੱਢਿਆ ਸੀ ਭਗਵਾਨ ਰਾਮਚੰਦਰ ਨੇ ਤੀਰਾਂ ਨਾਲ ਮਾਰ ਮਾਰ, ਫਿਰ ਸਿਰ ਹੋ ਜਾਂਦਾ, ਫਿਰ ਸਿਰ ਹੋ ਜਾਂਦਾ ਹੈ। ਘਰ ਦਾ ਭੇਤੀ ਲੰਕਾ ਢਾਈ ਵਿਭੀਖਣ ਨੇ ਸਮਝਾਇਆ ਉਹਦੇ ਭਰਾ ਨੇ, ਰਾਮਚੰਦਰ ਨੂੰ ਅੰਮ੍ਰਿਤ ਦੀ ਬੂੰਦ ਪ੍ਰਾਪਤ ਹੈ, ਅਗਨ ਬਾਣ ਦੀ ਧੁੰਨੀ 'ਚ ਮਾਰੋ ਫਿਰ ਇਹ ਮਰੂ। ਇਸ ਪ੍ਰਕਾਰ ਮਰਿਆ ਸੀ ਤੇ ਜਦੋਂ ਮਰ ਗਿਆ ਤਾਂ ਲੰਕਾ ਟਕੇ ਸਮਾਨ ਵਿਭੀਖਣ ਨੂੰ ਜਿੱਤ ਕੇ ਸੋਨੇ ਦੀ ਦੇ ਦਿੱਤੀ। ਤੇ ਉਹਨਾਂ ਸਮੇਂ ਦੇ ਰਿਵਾਜ ਅਨੁਸਾਰ ਮੂੰਹ 'ਚ ਪਾਉਣ ਲਈ ਭੋਰਾ ਸੋਨਾ ਵੀ ਨਹੀਂ ਸੀ ਮਿਲਿਆ। 1 ਲੱਖ ਪੂਰ 1.25 ਲੱਖ ਨਾਤੀ ਤੇ ਰਾਮ ਨੂੰ ਕਰ ਦੀਆ ਨਾ ਬਾਤੀ। ਕੀ ਲੈਣਾ ਇਤਨੀ ਵਿਦਿਆ ਪੜ੍ਹ ਪੜ੍ਹ ਕੇ, ਕੀ ਲੈਣਾ ਇਤਨਾ ਖਲਾਰਾ ਵਧਾ ਵਧਾ ਕੇ। ਪਰ ਵਿਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ, ਜੋ ਪਾਵ ਕੀ ਧਨੀ ਧਰਾਪੇ, ਬਿਨਾ ਹਰ ਕਹਾ ਅਗਾਈ। ਅਗਾਈ ਨਾਮ ਰੱਜਣ ਦਾ, ਧਰਾਪੇ ਨਾਮ ਵੀ ਰੱਜਣ ਦਾ, ਇਧਰ ਨਾਮ ਲੱਕੜੀਆਂ ਦਾ ਹੈ ਤੇ ਪਾਵਕ ਨਾਮ ਅਗਨੀ ਦਾ ਹੈ। ਇਸ ਪ੍ਰਕਾਰ ਹਜ਼ੂਰ ਸਾਨੂੰ ਸਭ ਸਿੱਖਿਆ ਦੇ ਰਹੇ ਨੇ। ਇਹ ਵਿੱਤ ਦੌਲਤ ਤੇ ਧਨ, ਕੋਠੀਆਂ ਚਬਾਰੇ, ਕਾਰਾਂ ਤੇ ਗੱਡੀਆਂ ਅਨਿਤ ਨੇ, ਨਿਤ ਨਹੀਂ ਰਹਿਣ ਵਾਲੀਆਂ। ਨਿਤ ਕੌਣ ਹੈ? ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾਰ, ਨਹੀਂ ਪੁਰਾਣਾ ਹੋਣ ਵਾਲਾ। ਉਹ ਨਾ ਬਾਲਾ ਬੂਢਾ ਭਾਈ, ਸੋ ਅਨਿਤ ਚਿਤੰ, ਚਿੱਤ ਦੀ ਚਿਤਵਣੀ, ਚਿੱਤ ਦੀ ਚਿੰਤਾ, ਚਿੱਤ ਦਾ ਫਿਕਰ ਦਿਨੇ ਰਾਤ, ਜਿਹੜਾ ਚਿੱਤ ਟਿਕਦਾ ਨਹੀਂ, ਬਸ ਆਣੇ ਹੋਵੇ ਸਵਨ ਕੋ। ਮਨ ਬਾਸੇ ਜਿਉ ਨਿਤ ਭਾਉਂਦਿਆ, ਇਹ ਵੀ ਅਨਿਤ ਹੈ, ਨਿਤ ਨਹੀਂ। ਫਿਰ ਨਹੀਂ ਰਹਿਣ ਬੜਾ, ਬਦਲਦਾ ਰਹਿਣ ਵਾਲਾ ਹੈ। ਮਨ ਦੀਆਂ ਆਸਾਂ ਦਿਨੇ ਰਾਤ ਚੱਲਦੀਆਂ ਨੇ। ਸੰਸਾਰ ਵਿੱਚ ਸਮੁੰਦਰ 'ਚ 999 ਨਦੀ ਪੈਂਦੀ ਹੈ ਤੇ ਸੰਸਾਰ ਸਮੁੰਦਰ ਵਿੱਚ ਜਿਤਨੀ ਜੀਵਾਂ ਦੀ ਆਸਾ ਤੇ ਤ੍ਰਿਸ਼ਨਾ ਰੂਪੀ ਨਦੀਆਂ ਪੈਂਦੀਆਂ ਨੇ। ਮਗਰਮੱਛ ਕਾਮ ਕਰੋ ਲੋਭ ਹੰਕਾਰ ਨੇ, ਜਿਹੜੇ ਗਰਸੇ ਜਾ ਰਹੇ ਜੀਵ ਨੂੰ, ਇਹਨੂੰ ਕਿਵੇਂ ਤਰੇਗਾ। ਪ੍ਰਤੱਖ ਦਰਿਆ ਸਾਗਰ ਲੰਘਣ ਲਈ ਤੇ ਬੇੜੀ ਤੁਲਹਾ ਜਹਾਜ਼, ਪਰ ਇੱਥੇ ਕਿਹੜੀ ਬੇੜੀ ਹੈ? ਪੱਥਰ ਦੀਆਂ ਬੇੜੀਆਂ ਬਣਾਈਆਂ ਨੇ। ਪੱਥਰ ਕੀ ਬੇੜੀ ਜੇ ਚੜੇ, ਭਰ ਨਾਲ ਡੁਬਾਵੇ, ਕੰਢੇ ਨਾਲ ਹੀ ਡੁੱਬ ਜਾਵੇਗੀ, ਨਹੀਂ ਤੂੰ ਪਾਰ ਉਤਰ ਸਕਦਾ। ਸਗੋਂ ਵਿਕਾਰ ਪਾਥਰ ਗਲੇ ਬੰਨ੍ਹਦੇ, ਨਿੰਦ ਪੋੜ ਸਰਾਏ, ਮਹਾਸਾਗਰ ਸਮੁੰਦ ਲੰਘਣਾ, ਪਾਰ ਨ ਪਰਨਾ ਜਾਏ। ਵਿਸ਼ੇ ਵਿਕਾਰ ਭੋਗਦਾ ਹੈ। ਇਹ ਪੱਥਰ ਨੇ ਤੇਰੇ ਗਲ ਵਿੱਚ, ਪਰਾਈ ਨਿੰਦਿਆ ਕਰਦਾ ਹੈ ਪਾਂਡਿਆ ਤੇਰੇ ਸਿਰ ਤੇ। ਤੂੰ ਨਦੀ ਦਰਿਆ ਲੰਘ ਜਾਵੇਂਗਾ, ਨਹੀਂ ਲੰਘਿਆ ਜਾਣਾ। ਕਿੱਡੇ ਸੁੰਦਰ ਪ੍ਰਮਾਣ ਹਜ਼ੂਰ ਨੇ ਬਾਣੀ ਦਿੱਤੇ ਨੇ। ਸਮਝਣਾ ਕਰੋ, ਇਸ ਮਾਇਆ ਨੂੰ ਮੁੱਖ ਰੱਖ ਕੇ, ਮਾਇਆ ਧਾਰੀਅਤ ਅੰਨਾ ਬੋਲਾ, ਸ਼ਬਦਨ ਸੁਣੀ ਬਹੁ ਰੋਲ ਘਚੋੜਾ। ਮਾਏ ਬਾਪ ਪੂਤ ਹਿਤ ਭਰਾਤਾ, ਘਰ ਘਰ ਮੇਲਿਓ ਦੂਆ, ਕਿਸੇ ਬਾਤ ਘਾਟ ਕਿਸੇ ਪੈ, ਸਗਲੇ ਲਰ ਲਰ ਮੂਆ। ਹਉ ਬਲਿਹਾਰੇ ਸਤਿਗੁਰ ਆਪਣੇ, ਜਿਨੇ ਚਲਤ ਦਿਖਾਇਆ, ਗੁੱਜੀ ਭਾਏ ਜਲੇ ਸੰਸਾਰਾ, ਭਗਤ ਨ ਵਿਆਪੇ ਮਾਇਆ। ਭਾਏ ਨਾਮ ਹੈ ਅਗਨੀ ਦਾ, ਗੁੱਜੀ ਅਗਨੀ ਦਿਸਦੀ ਨਹੀਂ, ਪ੍ਰਤੱਖ ਅਗਨੀ ਤੇ ਦਿਸਦੀ ਹੈ, ਬਾਲਦੇ ਹੈ। ਜਠ ਅਗਨੀ ਸਰੀਰ ਨੂੰ ਗਰਮ ਰੱਖਦੀ ਹੈ। ਦਾਵਾ ਅਗਨੀ ਜੰਗਲਾਂ 'ਚ ਪੈਦਾ ਹੁੰਦੀ ਹੈ। ਬੜਵਾ ਅਗਨੀ ਤੇ ਡੌ ਅਗਨੀ ਜੰਗਲਾਂ 'ਚ, ਤੇ ਬੜਵਾ ਅਗਨੀ ਸਮੁੰਦਰਾਂ 'ਚ, ਤੜਕ ਅਗਨੀ ਆਕਾਸ਼ ਵਿੱਚ, ਤੇ ਤ੍ਰਿਸ਼ਨਾ ਵਾਲੀ ਅਗਨੀ। ਕਿੰਨੀ ਤਰ੍ਹਾਂ ਦੀਆਂ ਅਗਨੀਆਂ ਨੇ ਸਮਰਾ। ਇਸ ਪ੍ਰਕਾਰ ਇਹ ਸਾਰੀਆਂ ਅਗਨੀਆਂ ਦਾ ਸੜਿਆ ਗਲਿਆ, ਮਨ ਦੀਆਂ ਆਸਾਂ ਦਾ ਗਰਸਿਆ ਹੋਇਆ। ਮੇਰੀ ਮੇਰੀ ਧਾਰੀ ਓਹਾ, ਪੈਰ ਲੋਹਾਰੀ, ਲੋਹੇ ਦੀ ਬੇੜੀ, ਆ ਮੇਰਾ ਆ ਮੇਰਾ। ਬਹੁ ਵਿਧ ਪ੍ਰਕਾਰੰ, ਕਈ ਪ੍ਰਕਾਰ, ਕਈ ਵਿਧੀਆਂ, ਕਈ ਜੁਗਤੀਆਂ, ਕਈ ਉਨਤੀਆਂ ਬਨਤੀਆਂ, ਦਿਨ ਰਾਤ ਜੀਵ ਕਰੀ ਜਾਂਦਾ ਹੈ। ਜਦੋਂ ਸਰੀਰ ਛੁੱਟ ਗਿਆ, ਧਨ ਲੋਕਾਂ ਤਨ ਭਸਮੇ ਢੇਰੀ। ਤੂੰ ਕਾਇਆ ਮੈਂ ਰੁਲਦੀ ਦੇਖੀ, ਜਿਉ ਧਰ ਉੱਪਰ ਛਾਰੋ, ਤੂੰ ਕਾਹੀ ਗਰਭ ਹੈ ਬਾਬਲੀ। ਜੈਸੇ ਭਦ ਖੂਬ ਰਾਜ ਤੂੰ ਤਿਸ ਤੇ ਖਰੀ ਉਤਾਵਲੀ। ਸੋ ਇਸ ਪ੍ਰਕਾਰ ਇੱਕ ਵਿਖ, ਇਹ ਦੇਹ ਜਿਹੜੀ ਹੈ ਅਨਿਤ ਹੈ, ਝੂਠੀ ਤੇ ਨਾਸਮਾਨ ਹੈ। ਇੱਕ ਵਿਖ, ਇੱਕ ਕਦਮ ਨਾਲ ਨਹੀਂ ਚੱਲੇਗੀ, ਢਹਿ ਢੇਰੀ ਤਨ ਖੇ ਹੋ ਜਾਵੇਗੀ। ਕੁਮਿੱਤਰਾਂ ਸੇ ਕਾਢਿਕ ਵਿਖ ਨ ਚੱਲੀ ਸਾਥ। ਕੁਮਿੱਤਰ ਖੋਟੀ ਮਿੱਤਰ, ਦਗੇਬਾਜ਼ ਧੋਖੇਬਾਜ਼। ਇਹ ਦੇਹੀ ਸਰੀਰ ਇੱਕ ਕਦਮ ਵੀ ਨਾਲ ਨਾ ਚੱਲੀ, ਇੱਥੇ ਹੀ ਰਹਿ ਗਈ। ਸਭ ਕੁਛ ਇੱਥੇ ਰਹਿ ਗਿਆ। ਕਰਮ ਕੀਤੇ ਨਾਲ ਚੱਲਣੇ ਹੋ, ਕਿੰਨੇ ਕੁ ਚੰਗੇ ਕਰਦੇ ਹੋ ਤੇ ਕਿੰਨੇ ਕੁ ਮਾੜੇ ਕਰਦੇ ਹੋ, ਆਪ ਸੋਚ ਲਓ। ਅਨਿਤ ਹਿਤੰ, ਬੜਾ ਹਿਤ ਹੈ ਕਿਹਦੇ ਵਿੱਚ? ਸਰੀਰ
ਸੰਬੰਧੀਆਂ 'ਚ, ਮਾਇਆ 'ਚ, ਪਦਾਰਥਾਂ 'ਚ ਨਹੀਂ ਹਿੱਤ ਹੋਵੇ ਬਾਣੀ ਸਿਮਰਨ ਵਿੱਚ। ਅਨਿਤ ਹੈ, ਝੂਠਾ ਹੈ, ਨਾਸਵਾਨ ਹੈ। ਅਹੰ ਹੰਕਾਰ। ਕਦੇ ਮਾਇਆ ਧਾਰੀ ਡਿਗਰੀਆਂ ਦੇ ਮਾਲਕ ਵੇਖੇ ਨੇ, ਭਾਂਡੇ ਮਾਂਜਦੇ, ਝਾੜੂ ਦਿੰਦੇ, ਉਹ ਮਹਾਤਮਾ ਹੋ ਸਕਦੇ ਨੇ। ਬੋਰੀ ਜੀ ਸਿਰ 'ਤੇ ਪਾ ਕੇ, ਮਾੜੇ ਜਿਹੇ ਕੱਪੜੇ ਪਾ ਕੇ ਸੇਵਾ ਕਰਦੇ ਨੇ, ਆਪ ਹੱਥੀਂ ਸੰਗਤਾਂ ਦੇ ਨਾਲ ਹੋ। ਅਹੰ ਹੰਕਾਰ। ਬੰਧਨਾਂ 'ਚ ਬੱਧਾ ਹੋਇਆ ਜੀਵ। ਮੇਰੀ ਧਾਰੀ ਉਹ ਪੈਰ ਲੋਹੇ ਦੀ ਬੇੜੀ ਪਈ ਹੋਈ ਹੈ। ਇਹਨਾਂ ਨੂੰ ਕੱਟਣ ਵਾਲਾ ਕੌਣ ਹੈ? ਨਾਨਕੀ ਅਵਗੁਣ ਜੇਤੜੇ ਤੇ ਗਣੀ ਜੰਜੀਰ। ਜੇ ਗੁਣ ਹੋਣ ਤਾਂ ਕੱਟੀਆਂ ਸੇ ਭਾਈ ਸੇ ਵੀਰ। ਅੱਗੇ ਗਏ ਨ ਮੰਨੀਆਂ ਮਾਰ ਕੱਢੋ, ਵੇ ਪੀਰ ਨਿਗੁਰੇ ਮਾਰੋ ਤੇ ਕੱਢ ਦਿਓ ਇੱਥੋਂ। ਇਹ ਹਾਲਾਤ ਸਾਡੀ ਬਣੀ ਹੋਈ ਹੈ। ਕਿੰਨੇ ਕਵਾੜ ਗੁਰਬਾਣੀ ਖੋਲ੍ਹ ਰਹੀ ਹੈ, ਕਿੰਨਾ ਸਾਨੂੰ ਸਮਝਾ ਰਹੀ ਹੈ। ਭਰਮ ਅਨੇਕ ਪ੍ਰਕਾਰ ਦਾ ਪਿਆ ਹੋਇਆ ਹੈ। ਭੇਦ ਭਰਮ, ਕਰਤਾਤ ਭਾਵ, ਸੰਗ ਭਰਨ ਵਿਕਾਰ, ਬ੍ਰਹਮਿਤਰ ਸਭ ਜਗ ਹੈ। ਪੰਜ ਭਰਮ ਸੰਸਾਰ। ਪਰਮੇਸ਼ਵਰ ਨਰ ਦੇਵੀ ਦੇਵਾ, ਪਰਮੇਸ਼ਰ ਸਾਧ ਬ੍ਰਹਮ ਮੇਵਾ, ਭਰਮ ਭਰਮ ਮਾਨੁਖ ਦੇ ਕਾਏ। ਖਾਲਸਾ ਖਾਸ ਕਹਾਵੇ ਸੋਈ, ਜਾਂ ਕੀ ਅੰਤਰ ਭਰਮ ਨਾ ਹੋਈ। ਭਰਮ ਵੇਖਤੇ ਰਹੇ ਨਿਆਰਾ, ਸੋਈ ਖਾਲਸਾ ਸਤਿਗੁਰੂ ਹਮਾਰਾ। ਭਈ ਭਰਮ 'ਚ ਨਹੀਂ ਰਹਿਣਾ, ਹਨੇਰੇ 'ਚ ਨਹੀਂ ਰਹਿਣਾ, ਦੁਚਿੱਤੇ ਬਣੇ 'ਚ ਰਹਿਣਾ। ਇਹ ਵੀ ਅਨੇਤੀ ਹੈ, ਇਹ ਵੀ ਝੂਠਾ ਤੇ ਨਾਸਵਾਨੀਆਂ। ਹੇਤ ਕਰਨਾ, ਅਹੰਕਾਰ ਕਰਨਾ, ਬੰਧਨਾਂ 'ਚ ਬੱਝੇ ਰਹਿਣਾ ਤੇ ਭਰਮ 'ਚ ਫਸੇ ਰਹਿਣਾ। ਮਾਇਆ ਦੀ ਵਹਿਮ ਜਿਹੜੀ ਮਾਇਆ ਦੋ ਪ੍ਰਕਾਰ ਕੀ, ਦੋਈ ਚਲਾਏ ਰਾਹ। ਇੱਕ ਮਿਲਾਏ ਰਾਮ ਕੋ, ਇੱਕ ਨਰਕ ਲਹਿ ਜਾਹਾ। ਜੜ ਤੇ ਚੇਤਨ। ਜੜ ਹੁੰਦੀ ਹੈ ਜਿੱਥੇ ਰੱਖ ਦੇਵੋ, ਮੋਹਰਾਂ ਰੱਖ ਦੇਵੋ, ਸੋਨਾ ਰੱਖ ਦੇਵੋ, ਨੋਟ ਰੱਖ ਦੇਵੋ, ਉੱਥੇ ਪਿਆ ਰਹੂ, ਕਿਸੇ ਪਾਸੇ ਨਹੀਂ ਜਾਂਦਾ। ਪਰ ਸਵੇਰੇ ਕਿਤੇ ਹੈ ਤੇ ਸ਼ਾਮ ਨੂੰ ਕਿਤੇ ਗਈ ਹੁੰਦੀ ਹੈ, ਤੇ ਕੱਲ੍ਹ ਨੂੰ ਕਿਤੇ ਗਈ ਹੁੰਦੀ ਹੈ। ਨਾ ਭੱਜੀ ਫਿਰਦੀ ਤੇ ਭਜਾਈ ਫਿਰਦੀ ਹੈ। ਨਾ ਇਹਨੂੰ ਖੰਭ ਨੇ, ਨਾ ਇਹਨੂੰ ਪੈਰ ਨੇ, ਨਾ ਇਹਨੂੰ ਕੋਈ ਹੋਰ ਵਸਤੂ ਹੈ ਚਲਾਉਣ ਵਾਲੀ। ਇਹ ਜੜ ਮਾਇਆ ਤੇ ਚੇਤਨ ਮਾਇਆ ਬੋਲਦੀ ਹੈ, ਗੱਲਾਂ ਕਰਦੀ ਹੈ। ਵੀਰਾਂ ਵਾਸਤੇ ਜਨਾਨੀ, ਇਸਤਰੀਆਂ ਵਾਸਤੇ ਉਹ ਮਰਦ ਜਿਹੜੇ ਧਰਮ ਤੋਂ ਡੋਲ ਜਾਂਦੇ ਨੇ, ਵਿਸ਼ੇ ਵਿਕਾਰ ਭੋਗਦੇ ਨੇ, ਉਹਨਾਂ ਲਈ ਇਹ ਮਾਇਆ। ਇਸ ਪ੍ਰਕਾਰ ਦੋਨੇ ਪ੍ਰਕਾਰ ਦੀ ਮਾਇਆ ਤੋਂ ਮਹਾਰਾਜ ਸਾਹਿਬ ਬਚਾਉਣ ਵਾਲੇ, ਕੋਈ ਬੰਦਾ ਬਚਣ ਵਾਲਾ ਨਹੀਂ। ਬੜੀ ਪ੍ਰਬਲ ਸ਼ਕਤੀ ਹੈ। ਭਰਮ ਮਾਇਆ ਮਲਨੰ ਵਿਕਾਰੰ ਮਲਨੰ। ਮੈਲ ਮਨ ਨੂੰ ਲਾਈ ਜਾਂਦੀ, ਆਤਮਾ ਨੂੰ ਲਾਈ ਜਾਂਦੀ ਹੈ। ਬਾਹਰ ਦੀ ਮੈਲ ਤਾਂ ਦਿਖਦੀ ਨਹੀਂ, ਪਰ ਅੰਦਰ ਦੀ ਮਨ ਮੈਲੇ, ਸਭ ਕੁਛ ਮੈਲਾ। ਤਨ ਧੋਤੇ ਮਨ ਹੱਛਾ ਨਾ ਹੋਏ। ਇਹੋ ਜਗ ਭਰਮ ਭੁਲਾਇਆ, ਵਿਰਲਾ ਬੂਝੇ ਕੋਏ। ਅੰਦਰ ਮੈਲ ਲੱਗੀ ਨਹੀਂ ਜਾਣੇ, ਬਾਹਰੋਂ ਮਲ ਧੋਵੇ। ਅੰਧਾ ਭੂਤ ਪਿਆ ਜਮ ਜਾਲੇ। ਅਹੰਕਾਰੰ। ਫਿਰ ਅਹੰਕਾਰ ਕਰਦਾ ਹੈ, ਇਹ ਮੇਰੀ ਮਾਇਆ, ਮੇਰਾ ਧਨ, ਮੇਰੇ ਪਦਾਰਥ, ਤੇਰਾ ਕੁਛ ਵੀ ਨਹੀਂ। ਇਹੋ ਜਿਹੀ ਹਾਲਾਤ ਹੈ ਦੁਨੀਆ 'ਤੇ। ਫਿਰੰਤ ਜੋਨ ਅਨੇਕ ਜਠਰਾਗਨ, ਨਹਿ ਸਮਰੰਤ ਮਲੀਨ ਬੁੱਧਿਅੰ। ਅਨੇਕ ਫਿਰੰਤ ਫਿਰਦਾ ਹੈ ਜੂਨਾਂ ਵਿੱਚ। ਜੋ ਅੱਖਾਂ ਨਾਲ ਵੇਖ ਰਹੇ ਹੋ, ਉੱਗੇ ਹੋਏ ਪੌਦਿਆਂ ਤੇ ਪਹਾੜਾਂ ਸਮੇਤ ਸਭ ਜੂਨਾਂ ਵਿੱਚ ਨੇ। ਇਸ ਪ੍ਰਕਾਰ 42 ਲੱਖ ਜੂਨ ਪਾਣੀ 'ਚ ਰਹਿੰਦੀ ਹੈ, ਤੇ 42 ਲੱਖ ਧਰਤੀ 'ਤੇ ਰਹਿੰਦੀ ਹੈ ਗੁਰਬਾਣੀ ਅਨੁਸਾਰ। ਨਾ ਕੋਈ ਸਾਇੰਸਦਾਨ ਗਿਆਨੀ ਗਿਣ ਸਕਿਆ, ਨਾ ਵੇਖ ਸਕਿਆ ਹੈ। ਭਗਤ ਜੀ ਕਹਿੰਦੇ 42 ਲੱਖ ਜੀ, 42 ਲੱਖ ਜੀ ਜਲ ਮਹਿ ਹੋਤੇ। ਸੋ ਜਲ ਵਿੱਚ 42 ਲੱਖ ਜੂਨ ਦੇ ਜੀਵ ਨੇ। ਕੀ ਖਾਂਦੇ ਨੇ? ਜੀਆਂ ਕਾ ਹਾਰ ਜੀ ਖਾਣਾ ਇਹ ਕਰੇ। ਵਿੱਚ ਉਪਾਏ ਸਾਇਰਾਂ ਤਨਾ ਵਿਸਾਰ ਕਰੇ। ਜਿਹੜਾ ਸਾਇਰ ਪੱਥਰ ਭੰਨਿਆ ਤੋੜਿਆ ਨਹੀਂ, ਉਹ ਜੂਨ ਵਿੱਚ ਹੈ। ਫਿਰੰਤ ਜੂਨ 84 ਲੱਖ ਜੂਨਾਂ 'ਚ ਪੈ ਜਾਵੇਗਾ। ਪੱਥਰ ਦੀ ਜੂਨ ਮਿਲ ਗਈ। ਕੇਤੜਿਆਂ ਜੁਗ ਵਾਪਰ ਇੱਕ ਤਪਿਆਂ ਪਾਸ। ਕਈ ਯੁੱਗ ਲੰਘ ਜਾਣਗੇ, ਤੈਨੂੰ ਮੁਕਤੀ ਨਹੀਂ ਮਿਲਣੀ। ਕਦੋਂ ਪਰਲੋ ਹੋਈ ਤੇ ਕਦੋਂ ਤੇਰਾ ਅੰਤ ਹੋਇਆ। ਫਿਰੰਤ ਜੋਨ ਅਨੇਕ ਜਠਰਾਗਨ। ਜਠਰ ਅਗਨ, ਪੇਟ ਦੀ ਅਗਨ, ਜਿਹੜੀ ਸਰੀਰ ਨੂੰ ਗਰਮ ਰੱਖਦੀ ਹੈ। ਨਹਿ ਸਮਰੰਤ ਮਲੀਨ ਬੁੱਧਿਅੰ। ਮੈੜੀ ਬੁੱਧੀ ਵਾਲਿਆ। ਇੰਨਾ ਕੁਛ ਪੜ੍ਹ ਕੇ ਤੇ ਸੁਣ ਕੇ ਤੇ ਰੱਬ ਦਾ ਸਿਮਰਨ, ਪਰਮੇਸ਼ਰ ਦਾ ਸਿਮਰਨ ਅਜੇ ਵੀ ਨਹੀਂ ਕਰਦਾ। ਬੁੱਧ ਹੀ ਉੱਜੜ ਹੋ ਜਾਂਦੀ ਹੈ, ਬੁੱਧ ਹੀ ਮੈਲੀ ਹੋ ਜਾਂਦੀ ਹੈ, ਬੁੱਧ ਹੀ ਹੰਕਾਰੀ ਹੋ ਜਾਂਦੀ ਹੈ, ਬੁੱਧ ਹੀ ਵਿਕਾਰੀ ਹੋ ਜਾਂਦੀ ਹੈ। ਇਸ ਪ੍ਰਕਾਰ ਮਲੀਨ ਮਤ ਵਾਲਾ, ਮਾੜੀ ਬੁੱਧੀ ਵਾਲਾ ਰੱਬ ਨੂੰ ਚੇਤੇ ਨਹੀਂ ਕਰਦਾ। ਹੇ ਗੋਬਿੰਦ ਕਰਤ ਮਇਆ,
ਨਾਨਕ ਪਤ ਉਧਾਰ ਸਾਧ ਸੰਗਮ ਹੈ। ਇਹ ਬੇਨਤੀ ਕਰਨੀ ਚਾਹੀਦੀ ਹੈ ਜੋ ਮਹਾਰਾਜ ਸਾਹਿਬ ਨੇ ਕਰਨ ਦੀ ਜਾਚ ਦੱਸੀ ਹੈ। ਹੇ ਗੋਬਿੰਦ, ਗੋਬਿੰਦ ਨਾਮ ਕਾਲ ਪ੍ਰਗਟਾ ਹੈ। ਗੋ ਧਰਤੀ ਨੂੰ ਬਿੰਦ ਪ੍ਰਾਪਤ ਹੋਣਾ, ਗੋਬਿੰਦਾਂ ਗ੍ਰੰਥਾਂ ਦੁਆਰਾ ਬਿੰਦ ਜਾਣਨੇ ਜੋਗ, ਗੋ ਸਰੀਰ ਇੰਦਰੀਆਂ ਦੀ ਬਿੰਦ ਰੱਖਿਆ ਕਰਨ ਵਾਲਾ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ। ਇਹ ਗੱਗਾ ਅੱਖਰ ਵਾਹਿਗੁਰੂ ਮੰਤਰ ਦਾ ਹੈ। ਹਾਹਾ ਅੱਖਰ ਹਰ ਹਰ ਦਾ, ਤੇ ਰਾਰਾ ਅੱਖਰ ਰਾਮ ਰਾਮ ਦਾ, ਬਵਾ ਅੱਖਰ ਵਾਸੁਦੇਵ ਦਾ। ਇਹਨਾਂ ਚੌਹਾਂ ਮੰਤਰਾਂ ਤੋਂ ਵਾਹਿਗੁਰੂ ਮੰਤਰ ਬਣਾਇਆ ਮਹਾਰਾਜ ਸਾਹਿਬ ਨੇ। ਜਿਹੜਾ ਇੱਕ ਵਾਹਿਗੁਰੂ 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 ਜਪਦਾ ਹੈ, ਉਹਨੇ ਵਾਸੁਦੇਵ, ਹਰ ਰਾਮ ਤੇ ਗੋਬਿੰਦ ਚਾਰੇ ਨਾਮ ਕਹਿ ਲਏ। ਬੜੀ ਕਿਰਪਾ ਕੀਤੀ ਹੈ। ਸਾਡੀ ਸੋਢੀ ਮੱਤ ਜਾਣ ਕੇ ਤੇ ਕੁੱਜੇ 'ਚ ਸਮੁੰਦਰ ਪਾ ਕੇ ਸਾਨੂੰ ਦਿੱਤਾ, ਤੇ ਭਾਗਾਂ ਤੋਂ ਹੀੜੇ ਵਗਦੀ ਠੰਡ ਜਲ ਵਾਲੀ ਨਦੀ ਦੇ ਕੰਢੇ ਪਿਆਸੇ ਮਰ ਰਹੇ ਹੈ। ਇਹ ਹਾਲਾਤ ਸਾਡੀ ਬਣੀ ਹੋਈ ਹੈ, ਨਾ ਗਿਆਨ ਹੋਣ ਤੋਂ। ਹੇ ਗੋਬਿੰਦ ਕਰਤ ਮੈਇਆ, ਮੈਇਆ ਮਿਹਰ ਕਰੋ, ਸਾਡੇ 'ਤੇ ਕਿਰਪਾ ਕਰੋ। ਜੇ ਉੱਪਰ ਪੰਕਤੀਆਂ ਆਈਆਂ ਨੇ, ਉਹਨਾਂ ਦੇ ਸਾਰਿਆਂ ਭਰਮਾਂ ਵਹਿਮਾਂ ਤੋਂ ਸਾਨੂੰ ਬਚਾ ਕੇ ਰੱਖੋ। ਨਾਨਕ ਪਤਿਤ ਉਦਾਹਰਣ ਸਾਧ ਸੰਗਮ ਹੈ। ਪਤਿਤ ਕਿਹਨੂੰ ਕਹਿੰਦੇ ਹੈ? ਜਿਹਨੇ ਪੈਰਾਂ ਦੇ ਨੌਹਾਂ ਤੋਂ ਸਿਰ ਦੀ ਚੋਟੀ ਤੱਕ ਕਿਤਿਓਂ ਵੀ ਰੋਮਾਂ ਦੀ ਬੇਅਦਬੀ ਕਰ ਲਈ, ਵਾਲ ਮੁੰਨ ਲਏ, ਉਹ ਪਤਿਤ। ਨੱਕ ਤੇ ਕੰਨ ਵਿੰਦਲੇ ਬੱਜਰ ਕਰਹਿਤੀ, ਸੋ ਬੀਦੇ ਨਾਕ ਨ ਕੰਨ ਕੋ ਸਤਿਗੁਰ ਕੀ ਮਰਜ਼ਾਦ ਪਤਿਤ। ਜਿਹਨੇ ਘਰ ਕੀ ਨਾਰ ਤਿਆਗੇ, ਅੰਧਾ ਪਰ ਨਾਰੀ ਸੋ ਘਾਲੇ ਧੰਦਾ, ਉਹ ਪਤਿਤ। ਤੰਬਾਕੂ ਪੀਣ ਵਾਲੇ ਨੂੰ ਥਾਂ ਹੀ ਕੋਈ ਨਹੀਂ, ਕਿਸੇ ਮੱਤ ਵਿੱਚ ਵੀ ਨਹੀਂ, ਉਹ ਵੀ ਪਤਿਤ। ਪੁੱਠਾ ਤੇ ਹੋਰ ਮਾਸ ਖਾਣ ਵਾਲੇ ਵੀ ਸਾਰੇ ਪਤਿਤ। ਇਸ ਕਰਕੇ ਗੁਰਮੁਖੋ ਪਤਿਤ ਪਣੇ ਤੋਂ ਬਚ ਕੇ ਰਹਿਣਾ ਹੈ, ਨਹੀਂ ਤੇ ਨਹੀਂ ਪ੍ਰਾਪਤੀ ਹੋਣੀ। ਪਤਿਤ ਉਦਾਹਰਣ ਕੌਣ ਹੈ? ਸਾਧ ਸੰਗਮ ਹੈ, ਗੁਰੂ ਕੀ ਸੰਗਤ। ਬੰਦਾ 15 ਭਗਤਾਂ ਦੀ ਸੰਗਤ, ਗੁਰੂ ਸਾਹਿਬਾਂ ਦੀ ਸੰਗਤ, ਸਮੂਹ ਗ੍ਰੰਥ, ਸਾਰੀਆਂ ਸ਼ਕਤੀਆਂ ਦੇ ਮਾਲਕ ਗੁਰੂ ਗ੍ਰੰਥ ਸਾਹਿਬ, ਇਹ ਪਾਪੀਆਂ ਦਾ ਉਧਾਰ ਕਰਨ ਵਾਲੇ ਸੰਗਮ ਹੈ, ਇਹਨਾਂ ਦੀ ਸੰਗਤ ਕਰਨੀ ਹੈ। ਨਾਨਕ ਪਤਿਤ ਉਦਾਹਰਣ ਸਾਧ ਸੰਗਮ ਹੈ। ਨਿਚੋੜ ਹਰ ਸ਼ਲੋਕ ਦੀ ਆਖਰੀ ਪੰਕਤੀ ਵਿੱਚ ਹਜ਼ੂਰ ਨੇ ਲਾਜ ਦੱਸਿਆ ਹੈ, ਬਖਸ਼ਾਂ ਕੀਤੀਆਂ ਨੇ। ਭਾਈ ਪਰਮੇਸ਼ਰ ਦੇ ਨਾਮ ਤੋਂ ਬਿਨਾਂ, ਬੰਦਗੀ ਸਿਮਰਤ ਬਿਨਾਂ, ਗੁਰੂ ਸੰਗਤ ਬਿਨਾਂ, ਗੁਰਬਾਣੀ ਸੰਗਤ ਬਿਨਾਂ ਦੂਜੀ ਓਟ ਨਹੀਂ ਹੈ ਰਾਈ। ਰਾਈ ਸਰੋਂ ਦਾ ਦਾਣਾ ਹੈ। ਇੰਨੀ ਜਿੰਨੀ ਵੀ ਓਟ ਆਸਰਾ ਕਿਸੇ ਹੋਰ ਦਾ ਦੁਨੀਆ 'ਤੇ ਨਹੀਂ। ਭਾਈ ਗੁਰਦਾਸ ਜੀ ਦੀ ਇਹ ਪੰਕਤੀ ਸੁਣੀ ਆਪ ਜੀ ਨੇ। ਗਰੰਤ ਗਿਰ ਪਤਿਤ ਪਤਾਲੰ, ਜਲੰਤ ਦੇ ਦੀਪ ਬੈਸਵੰਤ ਰਹਿ, ਬਹੰਤ ਅਗਾਹੰ ਕੋਹੰ ਤਰੰਗੰ, ਦੁਖੰਤ ਗ੍ਰਹਿ ਚਿੰਤਾ, ਜਨਮ ਤਾਂ ਮਰਨ ਹੈ। ਗਿਰੰਤ ਗਿਰ, ਗਿਰ ਪਹਾੜ, ਉਸੋਂ ਗਿਰੰਤ ਗਿਰ ਜਾਣਾ, ਛਾਲ ਮਾਰ ਕੇ ਮਰ ਜਾਣਾ। ਤੇ ਪਤਿਤ ਪੈ ਜਾਣਾ ਥੱਲੇ ਪਤਾਲ ਵਿੱਚ, ਡੂੰਘੇ ਪਾਣੀ ਵਿੱਚ ਡੁੱਬ ਕੇ ਮਰ ਜਾਣਾ। ਜਲੰਤ ਸੜ ਜਾਣਾ, ਜਲ ਜਾਣਾ। ਕਾਹਦੇ ਵਿੱਚ? ਅਗਨੀ 'ਚ। ਦੇ ਦੀਪ ਅਗਨੀ ਦੀ ਛੋਟਾ ਰੂਪ ਹੈ, ਦੀਵੇ ਦੀ ਅਗਨੀ ਛੋਟਾ ਰੂਪ। ਵੱਡੇ ਵੱਡੇ ਭਾਂਬੜ ਵੀ ਦੁਨੀਆ ਦੇ ਬੜੇ ਨੇ, ਜਲਦੀ ਹੀ ਸਾੜ ਦਿੰਦੇ ਨੇ, ਪਰ ਦੀਵੇ ਦੀ ਲਾਈਟ 'ਤੇ ਝੁਲਸ ਕੇ ਮਰਨਾ, ਥੋੜ੍ਹਾ ਥੋੜ੍ਹਾ ਦੁੱਖ ਸਹਾਰ ਕੇ ਮਰਨਾ। ਬੈਸਵੰਤਰ ਨਾਮ ਅਗਨੀ ਦਾ ਹੈ। ਅਗਨੀਆਂ ਕਿੰਨੀ ਤਰ੍ਹਾਂ ਦੀਆਂ ਅੱਗੇ ਬੇਨਤੀ ਕੀਤੀ ਹੈ, ਦੁਬਾਰਾ ਨਾ ਕਰੀਏ। ਭਾਈ ਗ੍ਰਸਤ ਦੀ ਚਿੰਤਾ, ਸੰਸਾਰ ਦੀ ਚਿੰਤਾ, ਦੁਨੀਆ ਦੀ ਚਿੰਤਾ, ਇਹਨਾਂ ਦੇ ਬਚੇ ਹਨ ਤੇ ਕੋਈ ਭਾਗਾਂ ਵਾਲੀਆਂ ਆਤਮਾਂ ਬਚੀਆਂ ਨੇ, ਨਹੀਂ ਤੇ ਅੰਧਿਆਚਲ ਬੰਧਿਆਚਲ ਮੰਧਿਆਚਲ ਵਿਧਿਆਚਲ ਆਦਿਕ ਪਰਬਤ ਨੇ ਵੱਡੇ ਵੱਡੇ। ਜਿਸ ਧਰਤੀ ਤੁਸੀਂ ਰਹਿੰਦੇ ਹੋ ਪਲੇਨ ਥੋੜ੍ਹੀ ਜਿਹੀ ਹੈ। ਜਿਨ੍ਹਾਂ ਕਦੇ ਜਹਾਜ਼ ਦੀ ਯਾਤਰਾ ਕੀਤੀ ਹੋਵੇ ਉਹਨਾਂ ਨੂੰ ਪਤਾ ਚੱਲਦਾ ਵੀ ਪਹਾੜ ਕਿੰਨੇ ਨੇ, ਮੁੱਕਦੇ ਹੀ ਨਹੀਂ, ਪਹਾੜ ਹੀ ਪਹਾੜ, ਪਹਾੜ ਹੀ ਪਹਾੜ। ਇਸ ਪ੍ਰਕਾਰ ਗ੍ਰਸਤ ਦਾ ਗ੍ਰਸਿਆ ਹੋਇਆ ਜੀਵ ਗੱਡੀਆਂ ਥੱਲੇ ਸਿਰ ਦੇ ਦਿੰਦਾ। ਦਿਲ ਗ੍ਰਸਤ ਤੋਂ ਦੁਖੀ ਹੋਇਆ ਜੀਵ ਫਾਹ ਲੈ ਲੈਂਦਾ, ਗ੍ਰਸਤ ਤੋਂ ਦੁਖੀ ਹੋਇਆ ਜੀਵ ਜ਼ਹਿਰਾਂ ਖਾ ਲੈਂਦਾ ਹੈ। ਇਸ ਪ੍ਰਕਾਰ ਮਰ ਜਾਂਦਾ, ਦੂਜਿਆਂ ਨੂੰ ਮਾਰ ਦਿੰਦਾ, ਕਰੋਧੇ ਵਸ ਹੋ ਗਏ। ਪਰ ਬਿਲਕੁਲ ਨਹੀਂ, ਗਲਤ ਹੈ। ਆਤਮ ਘਾਤੀ ਹੈ ਜਗਤ ਕਸਾਈ। ਮਨੁੱਖ ਜਨ ਮਹਿੰਗਾ ਮੁੱਲਾ ਸਰੀਰ ਮਿਲਿਆ ਤਾਂ ਆਤਮ ਘਾਤ ਕਰ ਲੈਣਾ, ਕਿੰਨੀ ਕੁ ਸਿਆਣਪ ਹੈ। ਇਸ ਪ੍ਰਕਾਰ ਰੋਟੀ ਰੱਬ ਦਿੰਦਾ, ਕੁਝ ਵੀ ਕਰੋ ਤੇ ਵਿਸ਼ੇ ਵਿਕਾਰਾਂ ਤੋਂ, ਫਾਲਤੂ ਖਰਚਾਂ ਤੋਂ ਬਚੋ। ਇੰਨਾ ਭਾਵ ਗ੍ਰਸਤ ਦੇ ਗ੍ਰਸਿਆ ਹੋਇਆ ਸੰਸਾਰ ਦੇ ਦੁਖੀ ਪਹਾੜ ਤੋਂ ਗਰੰਤ ਥੱਲੇ ਗਿਰ ਪੈਂਦੇ, ਛਾਲ ਮਾਰ ਦਿੰਦੇ ਆ, ਮਰ ਜਾਂਦੇ ਆ, ਦੁਖੀ ਹੋ ਗਏ।
ਪਤਤ ਵਹਿ ਜਾਂਦੇ ਨੇ, ਡੁੱਬ ਜਾਂਦੇ ਨੇ ਪਤਾਲ ਵਿੱਚ, ਮਗਦੇ ਸਮੁੰਦਰ ਪਾਣੀਆਂ ਦੇ ਵਿੱਚ, ਜਲੰਤ ਸੜ ਜਾਂਦੇ ਨੇ, ਅੱਗ ਲਾ ਕੇ ਆਪਣੇ ਆਪ ਨੂੰ ਦੂਜਿਆਂ ਨੂੰ ਲਾ ਦਿੰਦੇ ਨੇ, ਦਿਨੇ ਰਾਤ ਸੜਦੇ ਈਰਖਾ ਦੀ ਅੱਗ ਵਿੱਚ। ਦੇ ਦੀਪ ਦੀਵੇ ਦੀ ਲਾੜ ਤੇ ਝੁਲਸੇ ਬਸਵੰਤ ਅਗਨੀ ਵਿੱਚ ਪੈ ਕੇ ਅੱਗ ਲਾ ਲਾ ਕੇ ਦੂਜਿਆਂ ਨੂੰ ਲਾ ਲਾ ਕੇ, ਠੰਡ ਨਾ ਆਪ ਨੂੰ ਤੇ ਨਾ ਹੋਰ ਕਿਸੇ ਨੂੰ ਹੀ ਹੈ। ਆਰਸ ਦੁਨੀਆ ਖੁਨਕ ਨਾਮ ਖੁਦਾਇਆ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਪਵੇ ਦਜੇ ਨਾਨਕਾ ਤਰਗੇ ਕਰਮੀ ਲੱਗ। ਇਹੋ ਜਿਹੀ ਹਾਲਾਤ ਬਣੀ ਹੋਈ ਹੈ। ਬਹੰਤ ਅਗਾਹ ਤੋਹਨ ਤਰੰਗੰ, ਦੁਖੰਤ ਗ੍ਰਹਿ ਚਿੰਤਾ, ਗ੍ਰਸਥ ਦੀ ਚਿੰਤਾ, ਪਰਿਵਾਰ ਦੀ ਚਿੰਤਾ, ਸੰਸਾਰ ਦੀ ਚਿੰਤਾ। ਨਾਨਕ ਚਿੰਤਾ ਮਤ ਕਰ ਹੋ, ਚਿੰਤਾ ਤਿਸੀ ਹੈ, ਜਨਮ ਜੀਉ ਪੰਦਨਾ ਵੀ ਰੋਜੀ ਦੇ। ਉੱਥੇ ਹੱਥ ਨਾ ਚੱਲੀ, ਨਾ ਕੋ ਕਿਰਸ ਕਰੇ, ਸਬਦਾ ਮੂਲ ਨਾ ਹੋਵੇ, ਨਾ ਕੋ ਲਏ ਨਾ ਦੇ, ਜੀਆਂ ਕਾ ਹਾਰ ਜੀ ਖਾਣਾ ਇਹ ਕਰੇ। ਚਿੰਤਾ ਨਹੀਂ ਕਰਨੀ ਚਾਹੀਦੀ। ਜਿਹਨੂੰ ਦੁਨੀਆ 'ਤੇ ਭੇਜਿਆ ਹੈ, ਜਿਨਨੇ ਮੁੱਖ ਵਿੱਚ ਦੰਦ ਦਿੱਤੇ ਤੇ ਕੋਈ ਛਕਣ ਨੂੰ ਵੀ ਦੇਵੇਗਾ। ਨੇਤਰ ਜੋਤ ਬਖਸ਼ੀ ਵੇਖਣ ਨੂੰ, ਕੰਨਾਂ 'ਚ ਸਰੋਤ ਬਖਸ਼ੀ ਸੁਣਨ ਨੂੰ। ਇਸ ਪ੍ਰਕਾਰ ਬਹੰਤ ਅਗਾਹਾ, ਬਹਿ ਜਾਣਾ, ਅਗਾਹ ਡੂੰਘੇ ਜਲ ਵਿੱਚ, ਤੋਇੰ ਜਲ ਨੂੰ ਕਹਿੰਦੇ ਆ, ਤਰੰਗਾਂ ਵਿੱਚ। ਇਹ ਤੋਂ ਵੱਧ ਦੁਖਦਾਇਕ ਦੁਨੀਆ ਦੀ ਚਿੰਤਾ ਹੈ। ਇਹ ਚਿੰਤਾ ਛੱਡ ਕੇ ਚਿੰਤਨ ਪਰਮੇਸ਼ਰ ਦਾ ਹੀ ਕਰੋ। ਵੱਧ ਤੋਂ ਵੱਧ ਜਿੰਨੀ ਬਾਣੀ ਪੜ੍ਹੀ ਜਾਵੇ। ਆਮ ਤੌਰ 'ਤੇ ਕਿ 5 ਬਾਣੀਆਂ ਬੜੀਆਂ ਮਸ਼ਹੂਰ ਨੇ ਕਿ ਬਾਣੀ ਨਾਲ ਤਾਂ ਰੱਜਣਾ ਹੀ ਨਹੀਂ ਚਾਹੀਦਾ। 5 ਬਾਣੀਆਂ ਨਿਤਨੇਮ ਕੋਈ ਜ਼ਰੂਰੀ ਨਹੀਂ। ਵੱਧ ਤੋਂ ਵੱਧ ਜਿੰਨੀਆਂ ਪੜ੍ਹ ਸਕੋ। 5 ਗ੍ਰੰਥੀ ਦਾ ਪਾਠ ਹੋਵੇ, ਹੋਰ ਬਾਣੀਆਂ ਦਾ ਪਾਠ ਹੋਵੇ, ਸੁਖਾਂ ਦੀ ਮਣੀ ਦਾ ਪਾਠ ਹੋਵੇ। ਵੱਧ ਤੋਂ ਵੱਧ ਉਹ ਚਿੰਤਾ ਹੋਣੀ ਚਾਹੀਦੀ ਹੈ। ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਪ ਘਟੇ ਤਨ ਸੀਜੇ, ਕਾਲਾ ਹੇਰੀ ਫਿਰੇ ਬਦਕ ਚੋਂ ਕਹੋ ਕਵਨ ਬਿਦ ਕੀਜੇ। ਗ੍ਰਸਥ ਦੀ ਚਿੰਤਾ, ਪਰਿਵਾਰ ਦੀ ਚਿੰਤਾ। ਜਨਮੰ ਤਾਂ ਮਰਨ ਹੈ, ਇਹ ਜੰਮਣ ਤੇ ਮਰਨ ਦਾ ਕਾਰਨ ਤੇਰਾ ਬਣੂ। ਜੰਮਣ ਤੇ ਮਰਨਾ ਕੋਈ ਸੌਖੀ ਗੱਲ ਨਹੀਂ। ਫਿਰ 84 ਲੱਖ ਵਾਰੀ ਜੰਮਣਾ ਤੇ ਮਰਨਾ। ਜਨਮ ਲੈ ਲਿਆ, ਮੌਤ ਸਿਰ ਤੇ ਖੜੀ ਹੈ, ਕੋਈ ਅਣਹੋਣੀ ਗੱਲ ਨਹੀਂ। ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਰਣੀ ਕੋਈ। ਫਿਰ ਪਤਾ ਘੜੀ ਦਾ ਵੀ ਸਵਾਸ ਦਾ ਕਿਸੇ ਨੂੰ ਨਹੀਂ। ਸਵਾਸ ਸਵਾਸ ਨਾਮ ਜਾਂ ਬਿਰਥਾ ਸਾਸ ਮਤ ਖੋਏ, ਕਿਆ ਜਾਣਾ ਕਿ ਅੰਤ ਮੈਂ ਹੀ ਸਵਾਸ ਮਤ ਹੋਏ। ਅਨਕ ਸਾਧਨ ਨਾ ਸਿਧ ਤੇ, ਨਾਨਕ ਅਸਥੰਭੰ 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 ਸ਼ਬਦ ਸਾਰ ਸਵਜਣ ਹੈ। ਅਨਕ ਸਾਧਨ ਬੇਅੰਤ ਪ੍ਰਕਾਰ ਦੇ ਜੀਵ ਕਰਦਾ ਹੈ। ਸਿੱਧਤਾ ਦੀ ਪ੍ਰਾਪਤੀ ਫਿਰ ਵੀ ਨਹੀਂ, ਮੁਕਤੀ ਦੀ ਪ੍ਰਾਪਤੀ ਫਿਰ ਵੀ ਨਹੀਂ, ਸ਼ਾਂਤੀ ਦੀ ਪ੍ਰਾਪਤੀ ਫਿਰ ਵੀ ਨਹੀਂ। ਨਾਨਕ ਧੰਨ ਗੁਰੂ ਨਾਨਕ ਦੀ 5ਵੀਂ ਜੋਤ ਗੁਰੂ ਅਰਜਨ ਸਾਹਿਬ ਕਹਿੰਦੇ, ਹੈ ਹਰੀ ਲਾਲ ਹਰੀ ਕ੍ਰਿਸ਼ਨ। ਅਸਥੰਭੰ ਸਥਿਰਤਾ ਦੇਣ ਵਾਲੀ, ਸਥਿਰਤਾ ਦੇਣ ਵਾਲੀ, ਟਿਕਾ ਦੇਣ ਵਾਲੀ। ਅਸਥੰਭੰ ਟਾ ਭਾਵ ਆਨੰਦ ਦੇਣ ਵਾਲੀ, ਟਿਕਾ ਵਾਲੀ ਬਿਰਤੀ। ਅਸਥੰਭੰ ਸ਼ਬਦ ਗੁਰੂ ਕਾ ਉਪਦੇਸ਼ ਜਿਹੜਾ ਤੁਸੀਂ ਸੁਣ ਰਹੇ ਹੋ। ਸਾਧ ਸੁਵਜਣ ਹੈ, ਮਨ ਨੂੰ ਸਾਧਨ ਵਾਲੇ ਸਾਧੂ ਸੱਜਣ ਐਸ ਲੋਕ ਦੇ ਤੇ ਪ੍ਰਲੋਕ ਦੇ। ਉਹਨਾਂ ਦੀ ਪ੍ਰਾਪਤੀ ਹੋਣੀ ਚਾਹੀਦੀ ਹੈ, ਪਖੰਡੀਆਂ ਦੀ ਨਹੀਂ। ਨਾਨਕ ਕੱਚੜਿਆਂ ਸਿਓ ਤੋੜ ਢੂੰਡ, ਸੱਜਣ ਸੰਤ ਪੱਕਿਆ। ਉਹ ਜੀਵਨ ਦੇ ਵਿਛੜੇ, ਉਹ ਮੋਇਆ ਨਾ ਜਾਹੀ ਛੋੜ। ਇਹਨਾਂ ਭਾਰੀ ਫਰਕ ਹੈ। ਮਨਮੁੱਖਾਂ ਨਾਲੋਂ ਟੁੱਟੀ ਭਲੀ, ਜਿਨ ਮਾਇਆ ਮੋਹ ਪਿਆਰ, ਉਹਨਾਂ ਨਾਲ ਟੁੱਟੀ ਚੰਗੀ ਹੈ, ਭਲੀ ਹੈ। ਅਗਲਾ ਸ਼ਲੋਕ ਆਵੇਗਾ, ਘੋਰ ਦੁਖਯੰ ਅਨਕ ਹਤਯੰ, ਜਨਮ ਦਰਿਦਰੰ ਮਹਾ ਵਿਖਾਦੰ, ਮਿਟੰਦ ਸਗਲ ਸਮਰੰਤ ਹਰ ਨਾਮ ਨਾਨਕ, ਜੈਸੇ ਪਾਵਕ ਕਾਸ਼ਟ ਭਸਮੰ ਕਰੋਤ। ਘੋਰ ਦੁੱਖ ਸਰੀਰ ਨੂੰ ਆ ਜਾਂਦੇ ਨੇ, ਸੋ ਕੋੜ ਆਤਕ ਵਰਗੇ ਦੁੱਖ ਆ ਜਾਂਦੇ ਨੇ। ਗੁਰੂ ਨਾਨਕ ਪਾਤਸ਼ਾਹ ਕੋੜਾ ਰਾਜੀ ਕੀਤਾ, ਗੁਰੂ ਅਮਰਦਾਸ ਜੀ ਨੇ ਕੋੜਾ ਰਾਜੀ ਕੀਤਾ, ਗੁਰੂ ਅਰਜਨ ਸਾਹਿਬ ਜੀ ਨੇ ਕੋੜਾ ਰਾਜੀ ਕੀਤਾ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਕੋੜਾ ਰਾਜੀ ਕੀਤਾ। ਬੜੇ ਪ੍ਰਮਾਣ ਹਵਾਲੇ। ਘੋਰ ਦੁੱਖ ਹੋਣ, ਬਹੁਤੇ ਦੁੱਖ ਹੋਣ, ਭਿਆਨਕ ਦੁੱਖ, ਅਨਕ ਹੱਤਿਆ, ਅਨੇਕ ਪ੍ਰਕਾਰ ਦੀ ਜੀਵ ਕਰਦਾ ਹੈ। ਅਤੇ ਜਨਮਾਂ ਦਾ ਦਰਿਦਰ, ਗਰੀਬੀ, ਕੰਗਾਲਪਣਾ ਅਤੇ ਮਹਾ ਵਿਖਾਦ ਝਗੜੇ ਦੁਨੀਆ ਦੇ ਕਈ ਤਰ੍ਹਾਂ ਦੇ ਜੀਵਾਂ ਦੇ ਮਨ ਗਲਾਂ ਵਿੱਚ ਪਾਏ ਹੋਏ ਨੇ। ਮਿਟੰਤ ਮਿਲ ਜਾਂਦੇ ਨੇ ਸਗਲ ਸਾਰੇ ਤਰ੍ਹਾਂ ਦੇ। ਸਿਮਰੰਤ ਹਰ ਨਾਮ, ਹਰੀ ਦਾ ਨਾਮ ਦਾਰੂ ਹੈ, ਸਾਰੇ ਦੁੱਖਾਂ ਦਾ ਦਾਰੂ। ਸਰਬ ਰੋਗ ਕਾ ਔਖਦ ਨਾਮ, ਸਗਲ ਮਿਟੰਤ ਸਿਮਰੰਤ ਨਹਾਰ। ਨਾਨਕ ਜੈਸੇ ਪਾਪ ਕਾਸ਼ਟ ਭਸਮ ਕਰੋ, ਜੈਸੇ ਜਿਸ ਰਾਹ
ਪਾਵਕ ਅਗਨੀ ਕਾਸ਼ਤ ਲੱਕੜੀਆਂ ਨੂੰ ਭਸਮ ਕਰ ਦਿੰਦੀ ਹੈ, ਸਾੜ ਦਿੰਦੀ ਹੈ, ਸਵਾਹ ਬਣਾ ਦਿੰਦੀ ਹੈ। ਇਸ ਤਰ੍ਹਾਂ ਬਲ ਹੈ ਪਰਮੇਸ਼ਰ ਦੇ ਨਾਮ ਵਿੱਚ। ਤੇ ਕੀ ਕਰਨਾ ਚਾਹੀਦਾ ਹੈ? ਸਤਿਗੁਰ ਕਿਰਪਾ ਕਰਨ, ਪੜ੍ਹਿਆ ਸੁਣਿਆ ਥਾਂ ਪਾਓ। ਆਉਣ ਵਾਲੇ ਸਮੇਂ ਸਾਰੇ ਵੀਰ ਮਾਈ ਭਾਈ ਦੇਹੋ ਸੱਜਣ ਆਸੀਸੜੀਆਂ, ਜੋ ਹੋਵੇ ਸਾਹਿਬ ਸੁੰਦੇਲ। ਜੋ ਮਨ ਚਿੱਤ ਨਾ ਚੇਤੇ ਸਾਨੂੰ ਸੋ ਗੱਲ ਹੀ, ਰੱਬ ਕੀਆਂ ਬੱਸੋਂ ਬਾਹਰੀਆਂ ਗੱਲਾਂ ਹੋ ਰਹੀਆਂ ਨੇ। ਮਾਲਕ ਨੂੰ ਜੋ ਭਾਉਂਦਾ ਸੋ ਹੋ ਰਿਹਾ ਹੈ। ਨੱਕ ਨੱਥ ਕਿਰਤ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਨਾ ਤਹਾਂ ਖਾਣੇ, ਨਾਨਕਾ ਸੱਚ ਹੈ। ਸਤਿਕਾਰਯੋਗ ਵੀਰ ਜੀ ਪਾਸੋਂ ਅਗਲੇ ਸ਼ਲੋਕਾਂ ਦੀ ਕਥਾ ਸੁਣ ਕੇ ਆਨੰਦ ਮਾਣੋ। ਅੰਧਕਾਰ ਸਿਮਰੰਤ ਪ੍ਰਕਾਸ਼ਨ ਗੁਣ ਰਮੰਤ, ਅਗ ਖੰਡਣ ਹੈ। ਅਗ ਪਾਪਾਂ ਦਾ ਖੰਡਨ ਕਰਨ ਵਾਲਾ ਸ੍ਰੇਸ਼ਟ ਗੁਣ ਮਹਾਰਾਜ ਸਾਹਿਬ ਨੇ ਮਹਾਨ ਵਿਦਵਾਨ ਪੰਡਤ ਹਰੀ ਲਾਲ ਤੇ ਹਰੀ ਕ੍ਰਿਸ਼ਨ ਨੂੰ ਸੰਬੋਧਨ ਕਰਕੇ ਨਹੀਂ ਨਹੀਂ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ ਬਾਣੀ ਦੀ ਪੰਕਤੀ ਹੈ। ਸਾਨੂੰ ਸਾਰਿਆਂ ਨੂੰ ਸੰਬੋਧਨ ਕਰਕੇ ਇਹ ਗਿਆਨ ਬਖਸ਼ ਕੀਤਾ ਹੈ। ਸੁਣ ਕੇ ਆਨੰਦ ਮਾਣੋਗੇ। ਮਹਾਰਾਜ ਸਾਹਿਬ ਨੂੰ ਜੋ ਭਾਵੇਗਾ ਆਉਣ ਵਾਲੇ ਸਮੇਂ 'ਚ ਫਿਰ ਆਪਾਂ ਨੂੰ ਪ੍ਰਾਪਤੀ ਹੋਵੇਗੀ। ਅੱਜ ਦੀ ਇਤਨੀ ਵਿਚਾਰ ਗੁਰਮੁਖ ਹੁਕਮ ਲਾਇਆ ਸੀ, ਇਹਨੂੰ ਸਰਵਣ ਕਰਦੇ ਹੋਏ ਆਨੰਦ ਨੂੰ ਮਾਣਦੇ ਹੋਏ ਕਹੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤਿੰਨਾਂ ਦੀ ਪਵਿੱਤਰ ਹਜ਼ੂਰੀ ਵਿੱਚ ਸੱਜ ਕੇ ਆਪ ਜੀ ਦੇ ਮਾਰਗ ਸੱਚੇ ਪਾਤਸ਼ਾਹ ਦੀ ਮਨੋਹਰ ਬਾਣੀ ਸਹਿ ਸਿੱਖੀ ਸ਼ਲੋਕਾਂ ਦਾ ਵਿਸਥਾਰ ਭਾਈ ਸਾਹਿਬ ਜੀ ਤੋਂ ਸੁਣਨ ਕਰਨਾ ਕੀਤਾ। ਕੱਲ੍ਹ ਦਾਸ ਨੇ ਜਾ ਕੇ ਬੇਨਤੀ ਕੀਤੀ ਸੀ, ਨਾਲ ਬਾਬਾ ਜੀ ਗਏ, ਨਾਲ ਖਾਲਸਾ ਗਏ। ਤੁਸੀਂ ਕੱਲ੍ਹ ਆ ਕੇ ਵਿਦੇਸ਼ਾਂ ਵਿੱਚ ਚਲੇ ਜਾਣਾ। ਇੱਕ ਸੇਵਾ ਜ਼ਰੂਰ ਜਾਂਦੇ ਜਾਂਦੇ ਸਾਡੀ ਕਰਕੇ ਜਾਇਓ। ਮਨ ਨੂੰ ਸੰਤੁਸ਼ਟੀ ਦਿਓ, ਮਨ ਨੂੰ ਸਿੱਧ ਕਰੋ। ਸੰਗਤਾਂ ਤੁਹਾਨੂੰ ਉਡੀਕਦੀਆਂ ਨੇ। ਸੋ ਇਹਨਾਂ ਨੇ ਸੰਗਤ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਆ ਕੇ ਅੱਜ ਦੀ ਸੇਵਾ ਲਈ ਬਹੁਤ ਧੰਨਵਾਦ ਇਹਨਾਂ ਦਾ, ਬਹੁਤ ਧੰਨਵਾਦ ਇਹਨਾਂ ਦਾ। ਕੱਲ੍ਹ ਨੂੰ ਸਵੇਰੇ ਸੋਤੇ ਵਿਦੇਸ਼ਾਂ ਨੂੰ ਜਾ ਰਹੇ ਨੇ, ਭਾਵੇਂ ਇਹਨਾਂ ਦਾ ਮਨ ਨਹੀਂ ਕਰਦਾ ਜਾਣ ਨੂੰ, ਪਰ ਪਰਿਵਾਰਕ ਜੀ ਉੱਥੋਂ ਇਹਨਾਂ ਨੂੰ ਲੈਣ ਵਾਸਤੇ ਆ ਗਏ ਇੰਗਲੈਂਡ ਤੋਂ। ਤੇ ਇੱਥੇ ਆ ਕੇ ਟਿਕਟਾਂ ਵੀ ਕਰਾ ਕੇ ਦੇ ਗਏ, ਸਭ ਕੁਝ ਕਰਾ ਕੇ ਦੇ ਗਏ। ਤਾਂ ਕਰਕੇ ਇਹਨਾਂ ਨੂੰ ਜਾਣਾ ਪਿਆ। ਕਹਿੰਦੇ ਸੀ ਵੀ ਮੇਰਾ ਭਾਈ ਜੀ ਨਹੀਂ ਕਰਦਾ ਜਾਣ ਨੂੰ, ਮੈਂ ਬੜਾ ਰੱਜਿਆ ਦੇਖ ਲਿਆ ਸਾਰਾ ਕੁਝ ਉੱਥੇ, ਪਰ ਹੁਣ ਮੇਰਾ ਮਨ ਕਰਦਾ ਇੱਥੇ ਬਹਿ ਕੇ ਵਰਗੀ ਦੀ ਸੇਵਾ ਕਰੀਏ। ਸੋ ਭਾਈ ਕਰਦੇ ਵੀ ਨੇ ਦੁਨੀਆ ਘੱਟ ਗੁਰਨਾਂ ਵਿੱਚ ਵਿਚਰਨਾ ਘੱਟ ਤੇ ਆਪਣੇ ਕੰਮ ਵਿੱਚ ਮਸਤ ਰਹਿਣਾ, ਪਾਣੀ ਪੜ੍ਹਨੀ, ਪਾਣੀ ਨਾਲ ਜੁੜਨਾ ਤੇ ਮਾਨਸ ਦੇ ਪਾਤਸ਼ਾਹ ਦੇ ਨਾਮ ਨਾਲ ਜੁੜਨਾ ਜੋ ਸਾਡਾ ਇਹ ਇੱਕ ਮਨੋਰਥ ਜੀਵ ਦਾ ਉਹਨੂੰ ਇਹ ਅਪਣਾਉਂਦੇ ਨੇ। ਉੱਤਰ ਪਾਕਰੇ ਗ੍ਰੰਥ ਕਰੇ ਮਿਹਰ ਕਰੇ ਸਭ ਸੱਚੇ ਪਾਤਸ਼ਾਹ ਇਹਨਾਂ ਨੂੰ ਤੰਦਰੁਸਤੀਆਂ ਦੇਵੇ, ਚੜ੍ਹਦੀ ਕਲਾ ਨਾਲ ਜਾਣ ਤੇ ਚੜ੍ਹਦੀ ਕਲਾ ਨਾਲ ਵਾਪਸ ਆਉਣ। ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਕਾਨੂੰਨ ਵੱਲੋਂ ਸ਼ਾਂਤ ਨਗਰ ਬਟਾਲਾ ਦੀਆਂ ਸੰਗਤਾਂ ਵੱਲੋਂ ਕਮੇਟੀ ਵੱਲੋਂ ਇਹਨਾਂ ਨੂੰ ਸਰੋਪਾ ਬਖਸ਼ ਕੀਤਾ ਜਾਵੇਗਾ। ਭੈਣ ਜੀ ਨੂੰ ਵੀ ਬੇਨਤੀ, ਉਹ ਵੀ ਹਜ਼ੂਰੀ ਚੱਜ ਭਾਈ ਸਾਹਿਬ ਜੀ ਰਣਜੀਤ ਸਿੰਘ ਜੀ ਦੀ ਸੰਗਤ ਸੱਚੇ ਪਾਤਸ਼ਾਹ ਦੇ ਸਾਹਮਣੇ ਆ ਜਾਣ। ਇਹਨਾਂ ਨੂੰ ਵੀ ਬੇਨਤੀ ਵੀ ਹੋ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਇਹਨਾਂ ਨੂੰ ਸਰੋਪਾ ਦੀ ਬਖਸ਼ਿਸ਼ ਕਰਨਗੇ। ਸੋ ਸਾਰੀਆਂ ਸੰਗਤਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕਰਨੀ, ਸਭ ਨੂੰ ਇਹਨਾਂ ਨੂੰ ਤੰਦਰੁਸਤੀ ਦੇ ਸੁਖ ਸ਼ਾਂਤੀ ਦੇ, ਇਹ ਸੁਖ ਸ਼ਾਂਤੀ ਨਾਲ ਜਾਣ ਤੇ ਸੁਖ ਸ਼ਾਂਤੀ ਨਾਲ ਆਉਣ। ਸੋ ਇਹਦੀਆਂ ਬੇਨਤੀਆਂ ਪਰਿਵਾਰ ਸਾਰੀ ਸੰਗਤ ਦਾ ਪਿਆਰ ਇਹਨਾਂ ਦੇ ਨਾਲ, ਇਹ ਵੀ ਸਾਡੇ ਨਾਲ ਪਿਆਰ ਬਣਾ ਕੇ ਰੱਖਣ। ਜਦੋਂ ਕਿਤੇ ਲੋੜ ਪਵੇ ਤੇ ਸਾਨੂੰ ਆ ਕੇ ਇਹ ਬਾਣੀ ਮੋਟੀ ਸਿਹਤ ਜ਼ਰੂਰ ਦੇ ਦਿਆ ਕਰਨਾ। ਹੋਰ ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਸੋ ਨਿਹਾਲ